ਗਿਆਨ ਦਾ ਪਛਾਣੇ ਸੀ ਵਾਲਾ ਜਿਹੜਾ ਉਹਨਾਂ ਨੇ ਕੋਈ ਚੰਗੇ ਪਰਮਾਤਮਾ ਦੇ ਸਮਾਜ ਦੇ ਚੰਗੇ ਕਰਨ ਵਾਸਤੇ ਲਾਉਣਾ ਸੀ। ਉਹ ਮੈਨੂੰ ਲੱਗਦਾ ਵੀ ਇਹ ਜਿਹੜੇ ਗਿਆਨ ਧਿਆਨ ਦੇ ਮੈਨੂੰ ਸ਼ਬਦ ਥੋੜ੍ਹਾ ਔਖਾ ਲੱਗਦਾ ਦੂਜੀ ਗੱਲ ਕਹਾਂ, ਪਰ ਮੈਨੂੰ ਐਂ ਲੱਗਦਾ ਵੀ ਉਹ ਠੇਕੇਦਾਰੀ ਵੀ ਹੈ ਅਤੇ ਉਹ ਠੇਕੇਦਾਰੀ ਸ਼ੁਰੂ ਹੋ ਜਾਂਦੀ ਹੈ ਅਤੇ ਅਸੀਂ ਅਸਲ 'ਚ ਦੁਕਾਨਦਾਰੀ ਚਲਾ ਲੈਂਦੇ ਹਾਂ। ਦੁਕਾਨਾਂ ਬਹੁਤ ਚੱਲਦੀਆਂ ਅਤੇ ਦੁਕਾਨਾਂ ਉਸ ਵਕਤ ਵੀ ਕੋਈ ਅੱਜ ਦੀ ਨਹੀਂ ਹੈ ਕਰਦੇ ਇਹ ਮੈਨੂੰ ਥੋੜ੍ਹੀ ਜਿਹੀ ਦੇ ਵਿੱਚ ਘੱਟ ਵੀ ਜਾਂਦੀ ਹੈ ਜਦ ਮੈਂ ਦੇਖਣਾ ਅਤੇ ਬਾਈ ਮੰਡੀਆਂ ਵੀ ਤਾਂ ਦੁਕਾਨਾਂ ਹੀ ਸੀਗੀਆਂ ਜੀ ਬਿਲਕੁਲ ਮੰਡੀਆਂ ਦੀਆਂ ਦੁਕਾਨਾਂ ਹੋ ਸਕਦੀਆਂ ਤਾਂ ਫਿਰ ਮੈਨੂੰ ਗਰੰਟੀ ਆ ਵੀ ਦੁਕਾਨਾਂ ਤਾਂ ਹੋ ਹੀ ਸਕਦੀਆਂ ਨਾ। ਦੁਕਾਨਾਂ ਕੋਈ ਅੱਜ ਨਹੀਂ ਕਰੀਆਂ ਹੈ, ਪਸੰਦ ਕੋਈ ਅੱਜ ਨਹੀਂ ਪੈਦਾ ਹੋਏ, ਠੀਕ ਹੈ ਨਾ ਜੀ। ਤੇ ਜੇ ਤਾਕਤ ਦੇ ਸਰਕਾਰ ਦੇ ਰੂਪ 'ਚ ਦੇਖੀਏ ਇਹ ਤਾਂ ਹੋ ਗਿਆ ਨਾ ਧਾਰਮਿਕਤਾ ਵਿੱਚ ਦੁਕਾਨਾਂ ਦੀ ਕਰਤਾ ਪਾਈ ਮੰਡੀਆਂ ਦੀ ਤਾਂ, ਠੀਕ ਹੈ ਨਾ ਜੀ। ਤੇ ਜਾਂ ਜਿਹੜਾ ਵੀ ਰੋਟੀਆਂ ਕਾਰਨ ਪੂਰੀ ਦਾਲ ਵਾਲੀ ਤਾਂ ਇਹ ਤਾਂ ਧਾਰਮਿਕ ਦਾ ਰਹਿਣ ਹੋ ਗਿਆ ਨਾ। ਪਰ ਜੇ ਦੂਜੇ ਪਾਸੇ ਦੇਖੀਏ ਮੱਥੇ ਰੰਗੜ ਵੀ ਪੈਦਾ ਹੁੰਦੇ ਨੇ ਤੇ ਜਿਹੜੇ ਮੱਥੇ ਰੰਗੜ ਜਦ ਪੈਦਾ ਹੁੰਦੇ ਨੇ ਤੇ ਉਹਨਾਂ ਦਾ ਵੀ ਇਹੀ ਕੰਮ ਹੈ, ਫਿਰ ਦੋਨੇ ਰਲ ਜਾਂਦੇ ਜੀ। ਜਦ ਮੱਥੇ ਰੰਗੜ ਤੇ ਰਲ ਜਾਂਦੇ ਨੇ ਉਦੋਂ ਵੱਡੀ ਕਿਆਮਤ ਆਉਂਦੀ ਆ, ਉਦੋਂ ਫਿਰ ਕੋਈ ਸੂਰਮੇ ਉੱਠਦੇ ਨੇ ਜਾਂ ਅਸਲੀ ਸੂਰਮੇ ਆਤਮਾ ਦੇ ਸੂਰਮੇ ਜਿਨ੍ਹਾਂ ਨੂੰ ਸਰੀਰ ਨਾਲ ਪਿਆਰ ਨਹੀਂ ਹੁੰਦਾ, ਉਹਨਾਂ ਨੂੰ ਗੁਰੂ ਨਾਲ ਪਿਆਰ ਹੁੰਦਾ, ਉਹਨਾਂ ਨੂੰ ਸ਼ਬਦ ਨਾਲ ਪਿਆਰ ਹੁੰਦਾ, ਉਹਨਾਂ ਨੂੰ ਸੁਰਤ ਸ਼ਬਦ ਸੁਰਤ ਤਰੀਕੇ ਦਾ ਉਹਨਾਂ ਨੂੰ ਉਹਦੇ ਨਾਲ ਹੁੰਦਾ। ਤੇ ਉਹ ਆਪਾਂ ਦੇਖਿਆ ਹੈ ਕਿ ਜਿਹੜਾ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਦਾ ਸਾਕਾ ਕੀ ਸੀ ਉਦੋਂ, ਉਹ ਜਿਹੜੇ ਸਾਈ ਮੰਜੀਆਂ ਵਾਲੇ ਸਾਹਿਬ ਸੀਗੇ ਤੇ ਜਿਹੜੇ ਮੱਥੇ ਰੰਗੜ ਸੀਗੇ ਉਹ ਦੋਨੇ ਇਕੱਠੇ ਹੋ ਗਏ ਵੀ ਕੋਈ ਗੱਲ ਨਹੀਂ ਚੱਕ ਲਓ ਜੀ। ਤੇ ਉੱਠਦੇ ਨੇ ਸੂਰਮੇ ਤੇ ਉੱਠਦੇ ਨੇ ਸੂਰਮੇ ਤਾਂ ਫਿਰ ਉਹ ਬਾਜ਼ਾਰ ਹੁੰਦਾ ਚੁੱਕਾ ਜੀ। ਕਿਧਰ ਡਾਕਟਰ ਸਾਹਿਬ ਇੱਥੇ ਮੈਂ ਸਵਾਲ ਕਰਾਂ ਕੋਈ ਗੱਲ ਕਰਨੀ ਤਾਂ ਸਹੀ ਹੈ। ਜਿਹਦੇ ਮੈਨੂੰ ਲੱਗਾ ਕਿ ਗੁਰੂ ਸਾਹਿਬ ਨੇ ਇਹ ਚੇਤਾ ਨਹੀਂ ਕੀਤਾ ਸੀ ਕਿ ਇੱਕ ਰਾਜਨੀਤਿਕ ਲੋਕਾਂ ਨੂੰ ਵੰਡਿਆ ਔਰ ਫਿਰ ਉਹਨਾਂ ਨੇ ਧਰਮ ਦੀ ਓਟ ਲੈ ਕੇ ਰਾਜਨੀਤਿਕ ਲੋਕਾਂ ਨੂੰ ਆਪਣੇ ਕਬਜ਼ੇ ਕੀਤਾ ਔਰ ਜਦੋਂ ਇਹ ਮਿਲ ਜਾਂਦੇ ਨੇ ਕਿਤੇ ਨਾ ਕਿਤੇ ਉਹ ਸਮਾਜ ਦੇ ਵਿਨਾਸ਼ ਦਾ ਕਾਰਨ ਖੜਾ ਹੁੰਦਾ ਹੈ। ਤੇ ਮੈਨੂੰ ਇਹ ਲੱਗਦਾ ਵੀ ਕਿਧਰੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਵਿੱਚ ਇਹ ਚੀਜ਼ ਬੜੀ ਹੈ ਜ਼ਰੂਰ, ਜਿਸ ਕਰਕੇ ਮੈਨੂੰ ਲੱਗਦਾ ਵੀ ਉਹ ਸਾਨੂੰ ਸਿਧਾਂਤ ਇੰਨਾ ਜ਼ੋਰ ਸ਼ੋਰ ਨਾਲ ਕਹਿਣਾ ਚਾਹ ਰਿਹਾ ਕਿ ਜਿਨ੍ਹਾਂ ਨੇ ਕਹਿਣਾ ਸੀ ਉਹ ਮੈਨੂੰ ਲੱਗਦਾ ਵੀ ਜਿਹੜੇ ਪਾਪਾਂ ਵਰਗੇ ਹੋਵੇ ਨਾ ਉਹ ਉਸ ਲਾਈਨ ਵਿੱਚ ਪੈ ਗਏ ਨੇ ਕਿ ਉਹ ਉਪਦੇਸ਼ ਜਿਹੜਾ ਸੀ ਉਹ ਉਪਦੇਸ਼ ਨੂੰ ਹੀ ਮਤਲਬ ਇੱਕ ਮਾਇਆ ਦਾ ਸਾਧਨ ਬਣਾ ਲਿਆ ਸੀ। ਤੇ ਜਿਹਦੇ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਨੇ ਉਸ ਚੀਜ਼ ਨੂੰ ਬਿਲਕੁਲ ਸਾਨੂੰ ਨਾ ਕੀਤਾ ਸੀ। ਇਹਦੇ ਬਾਰੇ ਤੁਸੀਂ ਕੀ ਕਹਿਣਾ? ਬਿਲਕੁਲ ਸਹੀ ਫਰਮਾਇਆ ਗੁਰੂ ਸਾਹਿਬ ਨੇ ਤਾਂ ਇਸ ਕਰਕੇ ਕਿਹਾ ਮਾਇਆ ਆਪਣੀ ਨਾਗਣੀ ਜਗਤ ਹੀ ਬਤਾਈ। ਮਾਇਆ ਜਿਹੜੀ ਨਾਗਣੀ ਹੈ, ਮਾਇਆ ਇਹ ਸਮਝਦੇ ਨੇ ਵੀ ਮਾਇਆ ਜਿਹੜੇ ਪੰਡਿਤ ਪਹਿਲਾਂ ਬ੍ਰਾਹਮਣਵਾਦ ਇੱਕ ਮਾਇਆ ਕਹਿੰਦਾ ਸੀ, ਉਹ ਇਹ ਸੰਸਾਰ ਨੂੰ ਝੂਠ ਕਹਿ ਕੇ ਗੁਰੂ ਸਾਹਿਬ ਨੇ ਸੰਸਾਰ ਨੂੰ ਝੂਠ ਨਹੀਂ ਕਿਹਾ। ਇਹ ਫਰਕ ਹੈ ਬ੍ਰਾਹਮਣਵਾਦ ਦੇ ਵਿੱਚ। ਬ੍ਰਾਹਮਣਵਾਦ ਕਹਿੰਦਾ ਕਿ ਸਾਰਾ ਸੰਸਾਰ ਝੂਠਾ ਹੈ, ਇਹ ਜਗ ਮਿਟਿਆ ਤੁਮ ਜਾਣੋ ਝੂਠਾ ਸਗਲ ਸਾਰਾ, ਉਹਨੂੰ ਮਾਇਆ ਕਹਿੰਦਾ। ਪਰ ਗੁਰੂ ਸਾਹਿਬ ਨੇ ਜੀ ਇੱਥੇ ਮੈਂ ਇੱਕ ਇਹ ਬੇਨਤੀ ਕਰਾਂ ਨੂੰ ਜਦੋਂ ਮਾਇਆ ਨਾਗਣੀ ਹੈ ਨਾ, ਹਾਂਜੀ ਜੋ ਨਾਗਣੀ ਮੇਰੇ ਕੋਲ ਮੰਨ ਲਓ ਮਾਇਆ ਮੈਨੂੰ ਦੱਸੇਗੀ ਕਿ ਜੇ ਉਹ ਤੁਸੀਂ ਧਾਰਮਿਕ ਸਮਝ ਕੇ ਮੈਂ ਤੁਹਾਨੂੰ ਦੇ ਦਾਂਗਾ ਤੇ ਕਿਉਂ ਤੁਹਾਨੂੰ ਨਹੀਂ ਦੱਸੇ। ਮੈਂ ਦੱਸੇ ਕੀ ਹਾਲ ਹੈ ਉਹ ਵੀ ਕਰਦਾ ਜੀ ਜੀ ਮੈਂ ਤੁਹਾਡੇ ਕੋਲ ਬਟੋਰ ਲੈਣਾ ਤੁਹਾਡੀ ਤੁਸੀਂ ਮਾਇਆ ਧਾਰੀ ਮੰਨ ਲਓ ਕੋਈ ਵੀ ਕਿਸੇ ਦੀ ਮਾਇਆ ਧਾਰੀ ਔਰ ਮੈਂ ਧਾਰਮਿਕ ਹਾਂ, ਮੈਂ ਅਗਰ ਮਾਇਆ ਕਹਿ ਜੋ ਮਾਇਆ ਬਟੋਰ। ਵਾਹਿਗੁਰੂ ਜੀ ਵਾਹਿਗੁਰੂ ਜੀ। ਸਰ ਜੀ ਵੀਰ ਜੀ ਹੁਣੀ ਆਪਣਾ ਡਾਕਟਰ ਸਾਹਿਬ ਜੀ ਦੱਸ ਰਹੇ ਨੇ ਕਿ ਉਹ ਪੰਡਤਾਂ ਵਾਲੀ ਨੂੰ ਕਹਿ ਰਹੇ ਨੇ ਵੀ ਉਹਦੇ 'ਚ ਝੂਠ ਹੈ ਤੇ ਜਿੱਦਾਂ ਉੱਦਾਂ ਇਹ ਜਗਤ। ਪਰ ਸਾਡੇ ਪ੍ਰਚਾਰਕ ਵੀ ਮੈਂ ਤਾਂ ਸੁਣਿਆ ਜੀ ਵੀ ਉਹ ਵੀ ਕਹਿੰਦੇ ਨੇ ਵੀ ਇਹ ਜਗਤ ਆ ਜਿਹੜਾ ਸਾਰਾ ਇਹ ਝੂਠ ਆ। ਉਹ ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ ਦੱਸਦੇ ਹੁੰਦੇ। ਹੁਣ ਮੈਨੂੰ ਯਾਦ ਨਹੀਂ ਵੀ ਕੀ ਪੜ੍ਹਦੇ ਹੁੰਦੇ ਆ ਕਿਹੜੀਆਂ ਤੁਕਾਂ। ਗੁਰੂ ਸਾਹਿਬ ਨੇ ਕਿਹਾ ਉਹ ਕਿਹਾ ਬਿਲਕੁਲ। ਅੱਛਾ ਜੀ ਜੀ ਉਹ ਝੂਠ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਨਾ, ਉਹਨੇ ਕਿਹਾ ਸੀ ਕਿ ਇਹ ਜਿਹੜਾ ਝੂਠ ਹੈ ਇਹ ਝੂਠ ਤਾਂ ਹੀ ਤੁਸੀਂ ਇਹਨੂੰ ਸੱਚ ਵੀ ਤੁਸੀਂ ਇਹ ਸਮਝੋ ਕਿ ਇਹ ਝੂਠ ਤੁਸੀਂ ਕਬਜ਼ਾ ਨਹੀਂ ਆਪਾਂ ਕਰਨਾ। ਕੁਛ ਟਾਈਮ ਪਰ ਰਹਿਣ ਵਾਸਤੇ ਆਏ ਹਾਂ 150 ਸਾਲ ਜਾਂ ਜਿੰਨਾ ਸਮਾਂ ਇਹ ਤੁਸੀਂ ਕਬਜ਼ਾ ਨਹੀਂ ਕਰਨਾ। ਉਹ ਗੁਰੂ ਸਾਹਿਬ ਦਾ ਕਹਿਣ ਦਾ ਉਹ ਮਤਲਬ ਸੀ। ਚਲੋ ਮੈਂ ਸਮਝ ਆਇਆ ਕਿ ਠੀਕ ਹੈ ਗੱਲ ਆਪਕੀ ਜੀ, ਬਿਲਕੁਲ ਠੀਕ ਹੈ। ਇਹ ਜੀ ਬਹੁਤ ਫਰਦਰ ਐਕਸਪਲੇਨ ਕਰਦੇ ਹੋਏ
ਜੀ ਇਹ ਜੀ ਜਦ ਅਸੀਂ ਇੱਕ ਤੁਕ ਨੂੰ ਤੋੜ ਕੇ ਦੇਖਣ ਤੁਸੀਂ ਬਿਲਕੁਲ ਠੀਕ ਹੈ ਇਹ ਜੋ ਕਿ ਹੈ ਵੀ ਉਹਨਾਂ ਨੇ ਇਹ ਨਹੀਂ ਦੱਸਿਆ ਇਸੇ ਜੀ, ਜੀ। ਕਰਕੇ ਨੇ ਕਿਹਾ ਹਸੰਦਿਆਂ ਖੇਡਦਿਆਂ ਖਾਦਿਆਂ ਪਹਿਨਦਿਆਂ ਵਿੱਚੇ ਜੋ ਤੇ ਵਿੱਚੇ ਮੁਕਤ ਠੀਕ ਹੈ ਨਾ ਵਿੱਚੋਂ ਹੋਏ ਜੀ ਤੇ ਜੀ ਜੇ ਅਸੀਂ ਹੱਸਦਿਆਂ ਖੇਡਦੇ ਖਾਦਿਆਂ ਪਹਿਨਦਾ ਤਾਂ ਇਹ ਜਗਤ ਹੀ ਹੋ ਗਿਆ ਜੀ 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 ਤੇ ਬਿਲਕੁਲ ਇਹ ਜਗਤ ਫਿਰ ਮਿੱਠਾ ਨਾ ਰਿਹਾ ਉਹਨਾਂ ਨੇ ਨਹੀਂ ਲਿਖਿਆ ਗਿਆ ਅਸੀਂ ਕਿੱਥੇ ਫਸ ਪਾਉਂਦੇ ਹਾਂ ਸਾਨੂੰ ਜਿਵੇਂ ਅਸੀਂ ਪੜ੍ਹਦੇ ਹਾਂ ਗਾਵਾਂ ਦੇ ਵਿੱਚ ਅਸੀਂ ਉੱਥੇ ਪੜ੍ਹਦੇ ਹਾਂ ਰਾਜ ਦੇ ਵਿੱਚ ਅੱਧੇ ਸਾਖ ਪੁਰਾਵੇ ਜਿੱਥੇ ਆਉ ਪੱਲੇ ਚਾਹੇ ਨਾ ਠੀਕ ਹੈ ਜੀ 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 ਜੇ ਜੀ ਹੁਣ ਸਾਡਾ ਭਾਈ ਜਿਹੜਾ ਉਹ ਅਰਥ ਕਰਨ ਲੱਗ ਜਾਂਦਾ ਹੈ ਜਦ ਆਨੰਦ ਕਾਰਜ ਕਰਾਉਣ ਦੇ ਵੇਲੇ ਵੀ ਦੇਖੋ ਜੀ ਬੀਬੀ ਦੇ ਸਾਰੇ ਕਾਰਨ ਝੂਠੇ ਨੇ ਸਾਰੇ ਰਿਸ਼ਤੇਦਾਰ ਝੂਠੇ ਅੱਧੇ ਸਾਖ ਸਭ ਝੂਠੇ ਨੇ ਤੇ ਹੁਣ ਤਾਂ ਦੇਖਦੇ ਉਹ ਜਦ ਗਾਂਧੀ ਜੀ ਲਾਉਂਦੇ ਨੇ ਤੇ ਉਹ ਕਰਮ ਕਾਂਡ ਮੈਂ ਸਮਝਵਾ ਉਹਦੇ ਵਿੱਚ ਉਹ ਇਹ ਸ਼ਬਦ ਪੜ੍ਹਨ ਲੱਗ ਜਾਂਦੇ ਜਦ ਕਿ ਅੱਬੇ ਸਾਹ ਪੁਰਾਵੇ ਜਿੱਕੇ ਉਹਦਾ ਮਤਲਬ ਇਹ ਹੈ ਕਿ ਅਸੀਂ ਉਹ ਚਲੇ ਜਾਣਾ ਹੈ ਅਸੀਂ ਉਰੇ ਜੀ, ਰਹਿਣਾ ਜੀ। ਨਹੀਂ ਹੈ ਜੀ ਰਹਿਣਾ ਨਹੀਂ ਹੈ ਜਿੰਨਾ ਚਿਰ ਅਸੀਂ ਰਹਿਣੇ ਉਹਨਾਂ ਚਿਰ ਇਹ ਸਾਖ ਨੇ ਜੀ ਇਹ ਨਹੀਂ ਕਹਿ ਰਹੇ ਕਿ ਸਾਖ ਹੈ ਹੀ ਨਹੀਂ ਜੀ ਬਿਲਕੁਲ ਬਿਲਕੁਲ ਵੀ ਇਹ ਸਾਖ ਉਹਨਾਂ ਚਿਰ ਨੇ ਜਿੰਨਾ ਚਿਰ ਅਸੀਂ ਇੱਥੇ ਰਹਿ ਰਹੇ ਹਾਂ ਤੇ ਅਲਟੀਮੇਟਲੀ ਅਸੀਂ ਤੁਹਾਡੇ ਪੱਲੇ ਲੱਗਣਾ ਜੀ ਬਿਲਕੁਲ ਸੱਚੇ ਦੇ ਬਿਲਕੁਲ ਪੱਲੇ ਲੱਗਣਾ ਸੱਚੇ ਦੇ ਪੱਲੇ ਲੱਗਣਾ ਇਸ ਕਰਕੇ ਮੈਨੂੰ ਇਹ ਸਮਝ ਆਇਆ ਵੀ ਇਹ ਸਾਖ ਜਿਹੜੇ ਨੇ ਇਹ ਸਦੀਵੀ ਨਹੀਂ ਹੈ ਮੇਰੇ ਵਾਸਤੇ ਜੀ ਜੀ ਪਰ ਇਹ ਤਾਂ ਨਹੀਂ ਕਹਿੰਦੇ ਸਾਖ ਹੈ ਹੀ ਨਹੀਂ ਜੀ ਬਿਲਕੁਲ ਇਹ ਪਰਿਵਾਰ ਦੀ ਇਕਾਈ ਸਮਝ ਕੇ ਇਹ ਸਮਝਣਾ ਕਿ ਜਿੱਥੇ ਪਰਿਵਾਰ ਮੇਰਾ ਆਪਣਾ ਹੈ ਹਾਂ ਇਹ ਇਕਾਈ ਜਿਹੜਾ ਇੱਥੇ ਵਰਤਣਾ ਇਹਦੇ ਨਾਲ ਉਵੇਂ ਹੀ ਇਹ ਸਾਰਾ ਸੰਸਾਰ ਵੀ ਮੇਰਾ ਪਰਿਵਾਰ ਹੈ। ਹਾਂ ਮੈਂ ਇਹਦੇ ਵਿੱਚ ਵੀ ਫਸ ਨਾ ਜਾਵਾਂ ਹਾਂ ਨਹੀਂ ਜੇ ਜਿਹੜਾ ਸਮਝਿਆ ਕਿ ਸਿਰਫ ਇਹ ਬਾਹਰ ਨਹੀਂ ਹੈ। ਮੈਂ ਮੇਰੀ ਤੂੰ ਬਾਹਰ ਹੋ ਕੇ ਪੂਰੇ ਸੰਸਾਰ ਨੂੰ ਹਾਂ। ਸਮਝਦਾ ਇਹ ਕਰਕੇ ਤੂੰ ਹਾਂ। ਫਸ ਹੋ ਮੈਂ ਵਿੱਚੋਂ ਖੋ ਗਏ ਦੂਜਾ ਜੀ, ਮੇਰੇ ਜੀ, ਇੱਕ ਹੋ ਗਏ ਉਹ ਇਹੀ ਜੀ ਹੈ ਨਾ ਬਿਲਕੁਲ ਬਿਲਕੁਲ ਹਾਉ ਜੀ, ਮਾਰੋ ਹਾਉ ਬੰਦੋ ਛੋਟੋ ਹਾਉ ਮਾਰੋ ਹਾਉ ਬੰਦੋ हाउ बंदो ਛੋਟੋ छोटो, ਮੁਕਤੇ ਏਕ ਬਵਾਦੇ ਆਇਆ ਹੁਕਮ ਪਾਰਬ੍ਰਹਮ ਕਾ ਛੋਟ ਚੱਲਿਆ ਇੱਕ ਦਿਹਾੜੀ जी जी ਸੋ जी ਇਹ ਜਿਹੜੀ ਗੱਲ ਜਿਹੜੀ ਹੈ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਸੰਸਾਰ ਝੂਠਾ ਹੈ ਉਹਨਾਂ ਨੇ ਜੀ, ਕਿਹਾ ਕਿ ਅਲਟੀਮੇਟਲੀ ਜੇ ਅਸੀਂ ਪਾਰਬ੍ਰਹਮ ਦੀ ਗੱਲ ਦੇ ਠੀਕ ਹੈ ਨਾ ਜੀ जी ਬ੍ਰਹਮ जी ਗਿਆਨੀ ਦੀ ਗੱਲ ਦੇਖਦਾ ਬ੍ਰਹਮ ਗਿਆਨੀ ਹੋਰ ਕੀ ਹੁੰਦਾ ਹੈ? ਜੀ। ਬ੍ਰਹਮ ਗਿਆਨੀ ਨੂੰ ਇਹ ਪਤਾ ਚੱਲ ਜਾਂਦਾ ਹੈ ਵੀ ਇਹ ਸਾਰਾ ਕੁਝ ਇੱਕੋ ਹੀ ਉਸ ਦਾ ਰੂਪ ਹੈ ਉਹਦਾ ਇਹ ਸਤਿਗੁਰੂ ਰੂਪ ਹੈ जी 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 ਤੇ ਨਿਰਗੁਣ ਦੇ ਵਿੱਚ ਬੈਠਾ ਹੈ ਉਹ सच्चे ਦੋਹਾਂ ਨੂੰ ਵੱਖਰੇ ਕਰਕੇ ਨਹੀਂ ਦੇਖਦਾ सच्चे ਜਿਹਦਾ ਬ੍ਰਹਮ ਗਿਆਨੀ ਨਹੀਂ ਹੈ जी जी ਉਹ ਸਰਗਨ ਰੂਪ ਦੇ ਵਿੱਚੋਂ ਇੱਕ ਚੀਜ਼ ਨੂੰ ਦੇਖਦਾ ਪੈਸੇ ਨੂੰ ਧਨ ਨੂੰ ਘਰ ਨੂੰ ਅਹੁਦੇ ਨੂੰ ਉਹ ਸਰਗਨ ਰੂਪ ਨੂੰ ਨਹੀਂ ਦੇਖਦਾ ਪੂਰੇ ਨੂੰ जी ਜਦੋਂ ਉਹ ਇੱਕ ਚੀਜ਼ ਨੂੰ ਦੇਖਦਾ ਹੈ ਉਹ ਆਪਣੇ ਪੱਲੇ ਬਣ ਕੇ ਉਹ ਲੋਕਾਂ ਨੂੰ ਕਹਿੰਦਾ ਹੈ ਹਾਂਜੀ ਤੇ ਜੀ, ਲੋਕਾਂ ਜੀ, ਨੂੰ ਤਾਂ ਦੱਸਦਾ ਵੀ ਤੁਸੀਂ ਐਂ ਕਰੋ ਪਰ ਆਪ ਨਹੀਂ ਕਰਦਾ जी ਜਦੋਂ बिल्कुल ਆਪ ਕਰ ਨਹੀਂ ਰਿਹਾ ਗੁਰਬਾਣੀ ਚ ਇੱਕ ਨਹੀਂ ਤੁਹਾਨੂੰ ਥਾਂ ਥਾਂ ਤੇ ਗੁਰੂ ਸਾਹਿਬ ਨੇ ਆਗਾਹ ਕੀਤਾ ਹੈ ਕਿ ਜਿਹੜਾ ਬੰਦਾ ਦੂਜਿਆਂ ਨੂੰ ਮੱਤ ਦਿੰਦਾ ਹੈ ਕਿ ਆਪ ਕਰਦਾ ਨਹੀਂ ਹੈ ਉਹਦੇ ਪਿੱਛੇ ਨਹੀਂ ਲੱਗਣਾ जी बिल्कुल ਤੁਸੀਂ ਇੱਕ ਨਹੀਂ ਅਨੇਕਾਂ ਹੀ ਸ਼ਬਦ ਨੇ बहुत सारी जी बिल्कुल हर एक शब्द की एक एक निचोड़ है जी निचोड़ हाँ। डॉक्टर ਸੋ ਇਸ ਕਰਕੇ ਜਿਹੜੇ ਆਪਦੀ ਹੁੰਦਾ ਨਾ ਜਿਵੇਂ ਇੱਕ ਵੈਸੇ ਕੋਈ ਬੰਦਾ ਪੱਤੇ ਵੱਧ ਸੀ ਅਸੀਂ ਪੱਤੇ ਹੁੰਦੇ ਬਚਪਨ ਚ ਤੇ ਉਹ ਕਹੀ ਜਾਵੇ ਸਤਿਗੁਰ ਸਿੱਖੇ ਬੰਧਨ ਕਰਦੇ ਸਤਿਗੁਰ ਸਿੱਖੇ ਬੰਧਨ ਕਰਦੇ ਤੇ ਦੂਜਾ ਕਹਿੰਦਾ ਭਾਈ ਅਗਲੀ ਤਾਂ ਬੜ ਕਹਿੰਦਾ ਹੁਣ ਮੈਂ ਠੇਕਾ ਲਿਆ ਤੂੰ ਵੀ ਬੜ ਲਿਆ ਕਰ ਅਗਲੀ ਹੈ ਉਹ ਦੂਜਾ ਇੱਕ ਬਕਾਰ ਤੇ ਹੱਥੇ ਉਹਨੇ ਦੱਸਣਾ ਨਹੀਂ ਸੋ ਇਸ ਕਰਕੇ ਨਾ ਜਿਹੜਾ ਜਿਵੇਂ ਬਸੰਤ ਲੋੜ ਮਹੱਲਾ ਚ ਪਹਿਲਾ ਗੁਰੂ ਸਾਹਿਬ ਨੇ ਕਿਹਾ ਸੌਰ ਦੀ ਵਰਤ ਸਭ ਕੁਛ ਸੰਗੀ ਦੇ ਕਰੇ ਧਨ ਵਰਖੇ ਆਪ ਵੀ ਚੱਕੀ ਦੋਸਨ ਦੇਉ ਜਾਣਾ ਨਾਹੀ ਰੱਖੇ ਉਹ ਆਤੇ ਧਰਮ ਪੁਰਾਣੀ ਅਸਰ ਵਿਕੇ ਦੇਈ ਗਾਵਾਂ ਅਵਰ ਨ ਜਾਣਾ ਬਾਣੀ ਹੁਣ ਇਹ ਜਿਹੜਾ ਹੈਗਾ ਹੈ ਭਾਈ ਜੀ ਇੱਕ ਲਾਈਨ ਦੇ ਕੇ ਬਾਬੇ ਨੇ ਕਿਹਾ ਅਸਰ ਵਿਕੇ ਦੇਈ ਗਾਵਾਂ ਅਵਰ ਨ ਜਾਣਾ ਬਾਣੀ ਉਹਦਾ ਉਹ ਛੈਨੇ ਕਰਤਾਵੇ ਉਹਦਾ ਬਾਜੇ ਚ ਗਾਈ ਜਾਵੇ ਕਿ ਉਹਦਾ ਮਤ ਆਪੇ ਕੱਢੀ ਜਾਵੇ ਬਾਬੇ ਨੇ ਕਿਹਾ ਵੀ ਹੋਰ ਕੁਝ ਨਹੀਂ ਬਣਨਾ ਬਸ ਜੋ ਬਾਬੇ ਨੇ ਦਿੱਤਾ ਉਹੀ ਬਣਨਾ जी डॉक्टर जी मैं एक सवाल करांगा ਹਾਂਜੀ ਹਾਂਜੀ कि ਇਹਦਾ ਕੀ ਭਾਵ ਕਰਦੇ ਤੁਸੀਂ ਅੱਖਰ ਲਿਖੇ ਸਹੀ ਕਾਮਾ ਅਵਰ ਨਾ ਜਾਣਾ ਬਾਣੀ ਮੈਂ ਇਹਨੂੰ ਸਾਰੀ ਤੁਕ ਨੂੰ ਸਮਝਿਆ ਸਾਰੇ ਸ਼ਬਦ ਨੂੰ ਪੜਾਉਣਾ ਜੀ 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 ਸੌਰੜੀ ਵਕਤ ਸਭ ਕੁਝ ਸਾਂਝੀ ਜੀ ਵੀ ਜਦ ਤੁਸੀਂ ਆਪਣੇ ਸਹੁਰੇ ਘਰ ਜਾਂਦੀ ਹੈ ਜਿਵੇਂ ਰੱਖੀ ਉੱਥੇ ਸਭ ਕੁਝ ਸਾਂਝਾ ਜੀ ਜੇਬ ਕਰੇ ਤਾਂ ਬੱਕੇ ਜਿੰਨਾ ਚਿਰ ਇਹ ਧਰਤੀ ਹੈ ਇਹਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਸੀਂ ਆਪਣਾ ਮੇਰੀ ਤੇਰੀ ਕਰਦੇ ਹੋ ਅਸਲ 'ਚ ਜੇ ਤੁਸੀਂ ਇਹ ਬ੍ਰਹਮੰਡ ਨੂੰ ਆਪਣਾ ਸਹੁਰਾ ਘਰ ਸਮਝ ਲੈਂਦੇ ਹੋ ਉਦੋਂ ਤੁਸੀਂ ਇਸ ਮੇਰ ਤੇ ਤੋਂ ਛੱਡ ਕੇ ਇਹ ਸਭੇ ਸਾਂਝੀ ਬਾਤ ਖੁਦਾਇਆਂ ਦੀ ਅਵਸਥਾ 'ਚ ਪਹੁੰਚੋ ਜੀ ਪਰ ਜੀ ਜੇ ਤੁਸੀਂ ਇਹ ਤੋਂ ਵੱਖਰੇ ਰਹਿੰਦੇ ਹੋ ਵੀ ਇਹ ਮੇਰਾ ਜਿਵੇਂ ਕੁੜੀ ਆ ਵੀ ਮੈਂ ਦਾਜ ਲੈ ਕੇ ਜਾਣਾ ਹੈ ਆ ਪੱਕੀ ਮੈਂ ਬਣਾਈ ਆ ਚੀਜ਼
मैं बनाई आ चीज ले ली है मैं नहीं दी मैंने जी जी ऑलरेडी वक्त सब की जनानी पेव करे तन रखे आप कुचज्जी बड़ा स्पष्ट शब्द है जी, आप जी। कुचज्जी दोष न देऊ कहते मैं आप ही कुचज्जी हाँ जी 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 मैं जी दूजे ਨੂੰ ਕੀ ਦੋਸ਼ ਦੇਣਾ ਮੈਨੂੰ ਜੀ। ਜਿਹੜਾ ਬ੍ਰਹਮ ਗਿਆਨ ਹੈ ਉਹ ਇਹ ਦੱਸਦਾ ਹੈ ਵੀ ਇਹ ਸਭ ਕੁਝ ਸਮਝ ਹੈ जी जी ਇਹਨੂੰ जी ਸਾਰਾ ਕਰ ਸਮਝਣਾ ਜੋ ਪ੍ਰਮਾਤਮਾ ਨਾਲ ਮੇਲ ਹੈ ਆਪਣੀ ਮੇਰਾ ਸਾਰਾ ਕਰਤਾ ਉਹ ਹੈ जी ਜੋ जी ਮੇਰੇ जी ਮੇਰੇ ਇਸ਼ਟ ਨਾਲ ਮੇਲ ਹੈ ਮੇਰੇ ਸਾਚੇ ਨਾਲ ਮੇਲ ਹੈ ਤੇ ਮੈਂ ਇੱਥੇ ਇਹਦੇ ਚਰਦੀਆਂ ਵੱਡੀਆਂ ਚ ਪਿਆ ਹੋਈਆਂ जी 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 ਤੇ ਮੈਂ ਜੀ। ਆਪ ਹੀ ਕੁਚੱਜੀ ਹਾਂ ਮੈਂ ਜਿਹਨੂੰ ਕੀ ਦੋਸ਼ ਦੇਣਾ ਆਪ ਕੁਚੱਜੀ ਦੋਸ਼ ਨਾ ਦਿਓ ਮੈਂ ਜਿਹਨੂੰ ਕੀ ਦੋਸ਼ ਦੇਣਾ ਆਪਾਂ ਨੂੰ ਸਮਝ ਆਉਂਦਾ ਹੀ ਹੈ ਪਰ ਨਹੀਂ ਹਾਂਜੀ जी 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 ਜਾਣਾ ਨਾ ਹੀ ਰੱਖੇ ਮੈਨੂੰ ਇਹ ਪਤਾ ਹੀ ਨਹੀਂ ਕਿ ਉਹ ਸਾਚੇ ਨਾਲ ਜਿਹੜਾ ਮੇਲ ਹੈ ਉਹ ਕਿਵੇਂ ਬਣਾਉਣਾ जी जी ਅੱਗੇ ਨਾਲ ਇੱਕ ਕਿਵੇਂ ਜਾਣਾ ਸਾਚੇ ਨਾਲ ਰਜੇ ਵਿੱਚ ਕਿਵੇਂ ਜਾਣਾ ਹੈ जी ਇਹ ਮੈਨੂੰ ਸਮਝ ਨਹੀਂ ਹੈ ਮੈਨੂੰ ਆਉਂਦੀ ਨਹੀਂ ਹੁੰਦਾ ਇਹਦੇ ਵਾਸਤੇ ਮੈਂ ਕਿਉਂ ਨਹੀਂ ਆਉਂਦੀ ਮੈਨੂੰ ਕਹਿੰਦੇ ਮੈਂ ਧਰਮਾਂ ਚ ਭੁੱਲੀ ਆਓ ਆਪੇ ਧਰਮ ਸੁਣਾ ਠੀਕ ਹੈ ਨਾ जी ਕੋਈ ਸ਼ਬਦ ਦੇ ਵਿੱਚ ਇਹਦਾ ਜਿਹੜਾ ਨਾ ਸਮਝ ਆਵੇ ਆਪਾਂ ਨੂੰ ਆਓ जी बिल्कुल बिल्कुल साहब। ਆਪੇ ਧਰਮ ਸੁਣਾ ਮੈਂ ਜੀ, ਆਪੇ ਸਹੀ ਧਰਮਾਂ ਚ ਭੁੱਲੀ ਬੈਠੀ ਮੈਂ ਆਪੀ ਪਰਮੇਸ਼ਰ ਕਿਉਂ ਨਹੀਂ ਮੈਂ ਵਜਨ ਚ ਆ ਰਹੀ ਕਿਉਂ ਨਹੀਂ ਮੈਂ ਸੱਚੇ ਨਾਲ ਮਿਲ ਰਹੀ ਮੈਂ ਆਪੀ ਪਰਮਾਤਮਾ ਚ ਭੁੱਲੀ ਬੈਠੀ ਹਾਂ ਕਿਹੜੇ ਪਰਮੇ ਉਹ ਆਦਮੀ ਅੱਖਰ ਲਿਖੇ ਤੇ ਹੀ ਗਾਵਾਂ ਅਵਰ ਨਾ ਜਾਣਾ ਬਾਣੀ ਕਹਿੰਦੇ ਜੋ ਲਿਖਿਆ ਪਿਆ ਪੁਰਾਣਿਆਂ ਨੇ ਜੋ ਕਦੇ ਮੈਂ ਉਹੀ ਜੀਏ ਤੇ ਤੁਰਿਆ ਜਾਵੇਗਾ ਤੇ ਮੈਂ ਨਵਾਂ ਰਸਤੇ ਨਹੀਂ ਕੋਈ ਖੋਜਿਆ ਉਸ ਜੀਏ ਤੇ ਤਾਂ ਚੱਲ ਕੇ ਮੈਂ ਕਿੱਥੋਂ ਪਹੁੰਚਣਾ ਸੋ ਇਹ ਬੜੇ ਵੱਡੇ ਖੋਜ ਦਾ ਵਿਸ਼ਾ ਹੈ ਗਿਆਨ ਦਾ ਵਿਸ਼ਾ ਕਿ ਤੁਸੀਂ ਖੋਜ ਕਰਦੇ ਜਾਣਾ ਹੈ ਇਹ ਡਾਕਟਰ ਸਾਹਿਬ ਇੱਥੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਹਾਂਜੀ ਕਿ ਮੇਰੇ ਸਾਹਿਬ ਹੋ ਆਪੇ ਭਰਮ ਭੁਲਾਣੀ ਹਮ, ਅੱਖਰ ਵਿਖੇ ਕਈ ਗਾਵਾਂ ਅਵਰ ਨਾ ਜਾਣਾ ਬਾਣੀ ਹਾਂਜੀ ਇੱਥੇ ਗੁਰੂ ਸਾਹਿਬ ਇਹ ਆਪਣੇ ਤੇ ਝੁਕਾ ਕੇ ਕਹਿ ਰਹੇ ਨੇ ਹਾਂਜੀ ਕਿ ਜਦੋਂ ਮੈਂ ਉਸ ਰੱਬ ਨੂੰ ਭੁੱਲ ਗਿਆ ਇਸ ਹਿਊਮੈਨਿਟੀ ਨੂੰ ਸਾਰਾ ਆਪਣਾ ਘਰ ਨਹੀਂ ਸਮਝਿਆ ਉਸ ਰੱਬ ਨੂੰ ਮਾਲਕ ਨਹੀਂ ਸਮਝਿਆ ਹਾਂਜੀ ਫਿਰ ਮੈਂ ਜਦੋਂ ਇਸ ਗੱਲ ਤੇ ਭੁੱਲ ਗਿਆ ਫਿਰ ਉਸ ਵਾਹਿਗੁਰੂ ਨੇ ਮੇਰੇ ਲੇਖ ਅਤੇ ਕੀਤੇ ਕਿ ਹੁਣ ਮੈਨੂੰ ਉਹਨਾਂ ਦਾ ਭੁਗਤਾਨ ਕਰਨਾ ਪੈ ਰਿਹਾ ਸ਼ਾਇਦ ਤੁਸੀਂ ਮੈਨੂੰ ਥੋੜਾ ਜਿਹਾ ਹੋਰ ਅੱਖਰ ਲਿਖੇ ਜੀ ਅੱਖਰ ਕਿਉਂਕਿ ਅੱਖਰ ਵਾਹਿਗੁਰੂ ਲਿਖਿਆ ਗਿਆ ਨਾ ਕੋਈ ਨਹੀਂ ਇਹ ਜਿਹੜੀ ਉਹ ਐਨ ਪੂਰੀ ਜਿਹੜੀ ਸਾਰੇ ਦੀ ਵਕਤ ਦੀ ਸੰਦੀ ਤੇ ਚੱਲੀ ਹੈ ਨਾ ਕੋਈ ਇਹ ਮਕਸਦ ਆਪਣਾ ਹੋ ਸਕਦਾ ਹੈ ਕਿ ਗਿਆਨ ਦੇ ਵਿੱਚ ਮਕਸਦ ਵੀ ਹੋਣਾ ਚਾਹੀਦਾ ਹੈ ਜੀ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਪੁਰਾਣੇ ਰਸਤੇ ਸੀ ਕੋਈ ਕਰਮ ਕਾਂਡ ਕਰਦਾ ਸੀ ਕੋਈ ਵਕਤ ਕਰਦਾ ਸੀ ਕੋਈ ਚੀਜ਼ ਕਰਦਾ ਸੀ ਹੈ ਕੋਈ ਪਾਪ ਕਰਦਾ ਸੀ ਦੁਨੀਆ ਇੱਕ ਜਗ੍ਹਾ ਤੇ ਨਹੀਂ ਹੁੰਦਾ ਜੋ ਵੀ ਜੰਗਲ ਤੇ ਸਾਰਿਆਂ ਦੀ ਗੱਲਾਂ ਆਉਂਦੀਆਂ ਨੇ ਕੁਰਬਾਨੀ ਠੀਕ ਹੈ ਨਾ ਜੀ ਇੱਥੇ ਡਾਕਟਰ ਮੈਂ ਇੱਕ ਸਵਾਲ ਬੇਨਤੀ ਹੋ ਕਰਾਂਗਾ ਤੁਹਾਨੂੰ ਕਿ ਇੱਥੇ ਗੁਰੂ ਸਾਹਿਬ ਨੇ ਉਹ ਸਾਰੀਆਂ ਗੱਲਾਂ ਦੇ ਤੋਂ ਵੱਡੀ ਇੱਕ ਗੱਲ ਕੀਤੀ ਵੀ ਉਹ ਸਾਰੀਆਂ ਗੱਲਾਂ ਇੱਕ ਧਰਮ ਦਾ ਰੂਪ ਬਣ ਚੁੱਕੀਆਂ ਸੀ ਗੁਰੂ ਸਾਹਿਬ ਨੇ ਧਰਮ ਤੋਂ ਉੱਪਰ ਦੀ ਗੱਲ ਕੀਤੀ ਕਿ ਇਹ ਧਰਮ ਦੀ ਤੁਹਾਨੂੰ ਕਿਸੇ ਨਾ ਕਿਸੇ ਲੈਵਲ ਤੇ ਵੰਡ ਰਿਹਾ ਤੇ ਉਹ ਵੰਡ ਤੋਂ ਉੱਪਰ ਨੇ ਕਿਹਾ ਕਿ ਤੁਸੀਂ ਇੱਕ ਪਿਤਾ ਇੱਕ ਸਿੱਖਿਆ ਬਾਦ ਕਰਦਾ ਬਿਲਕੁਲ ਠੀਕ ਹੈ ਇੱਕ ਜਦੋਂ ਉਹ ਚੀਜ਼ ਨੂੰ ਆਪਾਂ ਭੁੱਲਦੇ ਹਾਂ ਉਸ ਇੱਕ ਓਂਕਾਰ ਦੇ ਸਿਧਾਂਤ ਨੂੰ ਜਾਂ ਇੱਕ ਟੈਕਸਟ ਮਾਰਕ ਨੂੰ ਤੇ ਫਿਰ ਜਿਹੜਾ ਲੇਖ ਲਿਖਿਆ ਜਾਂਦਾ ਪੂਰੀ ਮਨੁੱਖਤਾ ਤੇ ਫਿਰ ਉਹ ਮਨੁੱਖਤਾ ਉਸ ਲੈਵਲ ਦੇ ਉਹਨੂੰ ਉਹਦਾ ਫਰਕ ਹੋ ਨੂੰ ਮਜਬੂਰ ਹੋ ਜਾਂਦੀ ਫਿਰ ਗੁਰੂ ਸਾਹਿਬ ਕਹਿੰਦੇ ਅੱਖਰ ਲਿਖੇ ਜੋ ਉਹਨੇ ਲੇਖ ਦੀ ਕੋਸ਼ਿਸ਼ ਕੀਤੀ ਇਹ ਕਰਮ ਖੰਡ ਤੇ ਬਹੁਤ ਛੋਟੀ ਚੀਜ਼ ਹੈ ਜੋ ਉਹ ਮਨੁੱਖਤਾ ਦੀ ਚੀਜ਼ ਨੂੰ ਭੁੱਲ ਕੇ ਜਦੋਂ ਉਹਨੇ ਬਾਈ ਲੇਖ ਦਿੱਤੇ ਫਿਰ ਮੈਂ ਉਹ ਮੈਨੂੰ ਉਹੀ ਗੱਲ ਨਹੀਂ ਕਹਿਣ ਕਿ ਹੁਣ ਮੈਂ ਉਹੀ ਹਲ ਭੋਗ ਰਿਹਾ ਹੁਣ ਮੈਂ ਉਹੀ ਗਾ ਰਿਹਾ ਕਿ ਆਪਣੇ ਸਦਾ ਦੋਸ਼ ਮੈਂ ਜਿਹੜੇ ਦੋਸ਼ ਕਰਮਾ ਆਪਣੇ ਤੇ ਉਹ ਮੈਂ ਜਿਹੜੇ ਕਰਨਾ ਹੁੰਦਾ ਉਹੀ ਗਾ ਰਿਹਾ ਆ ਰਿਹਾ ਉਹੀ ਮੇਰੇ ਦੋਸ਼ ਕੀਤਾ ਉਹੀ ਕਰਨ ਵਾਲੇ ਸਭ ਕੁਝ ਹੁਣ ਮੈਂ ਇਹਦੇ ਦੋਸ਼ ਉਹ ਮਤਲਬ ਉਹ ਆਪਣਾ ਇਹ ਗੱਲ ਨੂੰ ਸਮਝ ਕੇ ਮੈਂ ਇਹ ਵਾਹਿਗੁਰੂ ਨੂੰ ਦੋਸ਼ ਨਹੀਂ ਦੇ ਰਿਹਾ ਆਪਣੇ ਆਪ ਨੂੰ ਦੇ ਰਿਹਾ ਕਿ ਮੈਂ ਵਾਰ ਆਪਣੇ ਦੋਸ਼ਾਂ ਦੀ ਜਿਹੜਾ ਆਉਂਦਾ ਜਿਸ ਤੱਕ ਨੂੰ ਸਾਰੇ ਚੀਜ਼ ਕਰਾਂਗੇ ਇਹ ਅਵਲ ਬਣਾਓ ਜਦੋਂ ਮੈਂ ਉਸ ਚੀਜ਼ ਨੂੰ ਭੁੱਲ ਗਿਆ ਉਹ ਇੱਕ ਲੈਵਲ ਤੇ ਉਹ ਗੱਲਾਂ ਨਹੀਂ ਸਾਰੀ ਬਾਕੀ ਕੋਈ ਬਾਣੀ ਇੱਕ ਮਤਾ ਸਾਫ ਕਰਦੇ ਠੀਕ ਹੈ ਸਕਦਾ ਹੈ ਵੀ ਗੁਰੂ ਸਾਹਿਬ ਨੇ ਗਿਆਨ ਦੀ ਖੋਜ ਦੀ ਗੱਲ ਕਰੀ ਹੈ ਕਿ ਮੈਂ ਗਿਆਨ ਦੀ ਖੋਜ 'ਚ ਪਿਆ ਨਹੀਂ ਮੈਂ ਨਵੇਂ ਰਸਤੇ 'ਚ ਨਹੀਂ ਪਿਆ ਮੈਂ ਜਿਨ੍ਹਾਂ ਨੇ ਪੁਰਾਣੇ ਜੇ ਚੱਲਦੇ ਆਏ ਨੇ ਜਿਨ੍ਹਾਂ ਰਸਤਿਆਂ ਤੇ ਉਹ ਤਾਂ ਉਹ ਨਹੀਂ ਮੁਰਸ਼ਿਦ ਨੂੰ ਲਿਖ ਸਕੇ ਉਹ ਨਹੀਂ ਸਾਚੇ ਨੂੰ ਪਾ ਸਕੇ ਉਸ ਰਸਤੇ 'ਚ ਚੱਲ ਕੇ ਤਾਂ ਮੈਂ ਵੀ ਉਸੇ ਰਸਤੇ ਤੇ ਚੱਲਦਾ ਰਿਹਾ ਮੈਂ ਨਵਾਂ ਰਸਤਾ ਲੱਭਿਆ ਹੀ ਨਹੀਂ ਜਦ ਮੈਂ ਨਵਾਂ ਰਸਤਾ ਨਹੀਂ ਲੱਭਿਆ ਤੇ ਮੈਂ ਕਿੱਥੋਂ ਪਾਲੂੰਗਾ ਮੈਂ ਆਪ ਹੀ ਕੁਚੱਜੀ ਹਾਂ ਕਿਉਂਕਿ ਪਹਿਲੀ ਲਾਈਨ ਨੂੰ ਜੋੜੀਏ ਨਾ ਆਪਾਂ ਜੇ ਜੀ ਆਪ ਕੁਚੱਜੀ ਮੈਂ ਕੁਚੱਜੀ ਹਾਂ
ਜੀ ਜੀ ਲੇਖ ਜੇ ਪਹਿਲੇ ਲਿਖੇ ਨੇ ਫਿਰ ਤਾਂ ਕੁਚੱਜੀ ਦਾ ਸਵਾਲ ਨਹੀਂ ਨਾ ਆਉਂਦਾ ਉਹਦੇ ਚ ਵੀ ਮੈਂ ਹੀ ਕੁਚੱਜੀ ਹਾਂ। ਮੈਨੂੰ ਉਹਦੇ ਨਾਲ ਮਿਲਣ ਦਾ ਰਸਤਾ ਪਤਾ ਹੀ ਨਹੀਂ ਹੈ। ਆਪ ਕੁਚੱਜੀ ਦੋਸ਼ ਨਹੀਂ ਦੇਊ, ਮੈਂ ਕਿਸੇ ਨੂੰ ਕੀ ਦੋਸ਼ ਦੇਣਾ? ਜਾਣਾ ਨਾ ਹੀ ਰੱਖੇ, ਮੈਨੂੰ ਪਤਾ ਹੀ ਨਹੀਂ ਵੀ ਉਸ ਵਜਦ ਚ ਕਿਵੇਂ ਜਾਣਾ ਹੈ, ਉਹ ਸੱਚੇ ਦੇ ਨਾਲ ਮਿਲਣਾ ਕਿਵੇਂ ਹੈ, ਮੈਨੂੰ ਪਤਾ ਹੀ ਨਹੀਂ। ਮੇਰਾ ਕਸੂਰ ਹੈ, ਕਿਉਂ ਨਹੀਂ ਪਤਾ? ਡਾਕਟਰ ਸਾਹਿਬ, ਮੈਂ ਇੱਥੇ ਇੱਕ ਬੇਨਤੀ ਕਰਾਂਗਾ। ਹਾਂਜੀ, ਕਿ ਗੁਰੂ ਸਾਹਿਬ ਨੇ ਇਹ ਵਿੱਚ ਸਾਨੂੰ ਹਰ ਜਗ੍ਹਾ ਅਲਰਟ ਕੀਤਾ ਹੈ। ਬਿਲਕੁਲ ਠੀਕ ਹੈ। ਵੀ ਜਿਹੜਾ ਇੱਕ ਓਂਕਾਰ ਦਾ ਸਿਧਾਂਤ ਸੀ, ਜਦੋਂ ਨੂੰ ਭੁੱਲ ਕੇ ਗਿਆਨ ਆਏਗਾ ਹਨਾ, ਹਾਂਜੀ, ਤੇ ਉਹ ਗਿਆਨ ਅਗਰ ਤੁਹਾਨੂੰ ਪਰਉਪਕਾਰ ਵੱਲ ਨਹੀਂ ਲੈ ਕੇ ਜਾਂਦਾ, ਆਪਣੇ ਆਪ ਨੂੰ ਛੱਡ ਕੇ, ਤੇ ਗੁਰੂ ਸਾਹਿਬ ਕਹਿੰਦੇ ਸੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਮੇਰੀ ਵਿਦਿਆ ਦਾ ਵਿਚਾਰ ਕਰਕੇ ਤੇਰੇ ਅੰਦਰ ਪਰਉਪਕਾਰ ਦੀ ਭਾਵਨਾ ਪੈਦਾ ਨਹੀਂ ਹੋਈ, ਤੇ ਫਿਰ ਤੇਰਾ ਵੀ ਉਹੀ ਗਿਆਨ ਨੇ, ਫਿਰ ਤੇਰਾ ਵੀ ਉਹੀ ਗਿਆਨ ਨੇ ਜੋ ਲੋਕ ਮੇਰੇ ਆਉਣ ਤੋਂ ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲਾਂ ਕਰਦੇ ਪਏ ਸੀ, ਤੇਰਾ ਵੀ ਸੇਮ ਹੀ ਗਿਆਨ ਹੈ, ਕੋਈ ਫਰਕ ਨਹੀਂ ਹੈ। ਬਿਲਕੁਲ ਜੀ ਜੀ, ਕੋਈ ਸ਼ੱਕ ਨਹੀਂ ਹੈ। ਇਸੇ ਕਰਕੇ ਤਾਂ ਕਿਹਾ ਉਹਨਾਂ ਨੇ, ਜਿਹੜੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਿਹੜਾ ਹੈ, ਜੇ ਪਰਉਪਕਾਰ ਜੇ ਸਮਾਜ ਦੇ ਸਰਵ ਕਰਨ ਨਾਲ, ਮੈਂ ਕਈ ਵਾਰੀ ਆਪਣੇ ਲੈਕਚਰਾਂ ਚ ਜਿੱਥੇ ਗੁਰਬਾਣੀ ਨਹੀਂ ਵੀ ਕੋਟ ਕਰਦਾ, ਉੱਥੇ ਵੀ ਕਹਿੰਦਾ ਵੀ ਜਿਹੜੀ ਜੀ ਅਸੀਂ ਸਿੱਖਿਆ ਲੈਂਦੇ ਹਾਂ। ਮੈਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਟ੍ਰੇਨਿੰਗ ਦੇ ਰਿਹਾ ਸੀ ਪਿੱਛੇ, ਇੱਥੇ ਆਉਣ ਤੋਂ 2 ਮਹੀਨੇ ਪਹਿਲਾਂ। ਸਾਰੇ ਇੰਡੀਆ ਚੋਂ ਆਉਂਦੇ ਨੇ ਉੱਥੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਚ। ਉਹਨਾਂ ਮੈਨੂੰ ਆਖਿਆ ਜੀ 2 ਲੈਕਚਰ ਦੇ ਦਿਓ ਖੋਜ ਤੇ। ਮੈਂ ਉੱਥੇ ਕਿਹਾ ਵੀ ਜਿਹੜੀ ਤੁਹਾਡੀ ਖੋਜ ਸਮਾਜ ਨੂੰ ਸਰਵ ਨਹੀਂ ਕਰੇਗੀ, ਸਮਾਜ ਦੇ ਕੰਮ ਨਹੀਂ ਆਏਗੀ, ਉਹ ਤਾਂ ਤੁਹਾਡਾ ਹੰਕਾਰ ਵਧਾਉਣ ਵਾਸਤੇ, ਤੁਹਾਨੂੰ ਡਿਗਰੀ ਦਿਵਾਉਣ ਵਾਸਤੇ, ਤਨਖਾਹਾਂ ਵਾਸਤੇ ਤਾਂ ਹੋ ਸਕਦੀ ਹੈ। ਉਹ ਕੋਈ ਗਿਆਨ ਨਹੀਂ ਹੈ, ਉਹ ਖੋਜ ਹੀ ਨਹੀਂ ਹੈ। ਵਰਤੀ ਉਹੀ ਗਿਆਨ ਰਿਹਾ, ਪ੍ਰੋਬਲਮ ਇਹੀ ਹੋਈ। ਹਾਂ, ਤੇ ਖੋਜ ਉਹੀ ਹੈ ਜਿਹੜੀ ਸਮਾਜ ਨੂੰ, ਇਸੇ ਕਰਕੇ ਕਹਾ ਸਮਾਜ ਨੂੰ ਕਦੀ ਖੋਜ ਹੀ ਨਹੀਂ ਹੈ ਸੱਚ ਦੇ ਉੱਤੇ ਅਚਾਰ ਰੱਖਣਾ ਤੁਸੀਂ ਆਪਦਾ, ਤੁਹਾਡਾ ਜੀਵਨ ਦਾ ਵਿਹਾਰ ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ। ਇਹ ਬਹੁਤ ਵੱਡੀ ਗੱਲ ਹੈ, ਇਹ ਬੜੀ ਡੂੰਘਾਈ ਦੀ ਗੱਲ ਹੈ ਜਿਹੜੀ ਸਾਨੂੰ ਸਮਝਣ ਦੀ ਲੋੜ ਹੈ। ਇਹ ਸੱਚ ਦੀ ਖੋਜ ਕਰਦੇ ਜਾਓ, ਇਹ ਸਭ ਤੋਂ ਵੱਡੀ ਗੱਲ ਹੈ। ਪਰ ਇਸ ਤੋਂ ਵੀ ਵੱਡੀ ਗੱਲ ਹੈ ਵੀ ਜਿਹੜੀ ਤੁਸੀਂ ਉਹ ਖੋਜ ਕਰਕੇ ਜਿਹੜਾ ਗਿਆਨ ਪ੍ਰਾਪਤ ਕਰਦੇ ਹੋ, ਉਸ ਗਿਆਨ ਦਾ ਤੁਹਾਡਾ ਜਿਹੜਾ ਆਚਾਰ ਹੈ, ਵਿਹਾਰ ਹੈ, ਜੇ ਤੁਸੀਂ ਕਰਦੇ ਹੋ, ਜੀਵਨ ਢਾਲ ਚ ਆਪਣਾ ਜਿਹੜਾ ਤੁਹਾਡਾ, ਉਹ ਉਦੋਂ ਵੀ ਉੱਪਰ ਹੈ। ਉਸ ਦੇ ਅਨੁਸਾਰ ਜੇ ਕਰੋਗੇ ਤਾਂ ਉਹ ਹੈ ਸੱਚੋਂ ਉਰੇ ਸਭ ਕੋ ਉੱਪਰ। ਸੱਚ ਦੀ ਖੋਜ ਕਰਨਾ ਬਹੁਤ ਵੱਡੀ ਗੱਲ ਹੈ। ਪਰ ਉਸ ਦੇ ਰਸਤੇ ਤੇ ਚੱਲ ਕੇ, ਉਹ ਸੱਚ ਨੂੰ ਇੱਕ ਸਮਝ ਕੇ, ਸਾਰੀ ਸੰਸਾਰ ਨੂੰ ਉਸਦਾ ਰੂਪ ਸਮਝ ਕੇ ਚੱਲਣਾ, ਇਹ ਉਦੋਂ ਵੀ ਅੱਗੇ ਹੈ ਸੱਚਮੁੱਚ ਚ ਚੱਲਣਾ। ਹੁਣ ਜਿਹੜੇ ਆਪ ਜੀ ਨੇ ਪਹਿਲਾਂ ਸਵਾਲ ਕਰਿਆ ਸੀ ਵੀ ਅੱਜ ਸਾਡਾ ਚਾਹੇ ਸਿਆਸਤਦਾਨ ਹੈ, ਚਾਹੇ ਸਾਡਾ ਧਾਰਮਿਕ ਪ੍ਰਚਾਰਕ ਹੈ, ਚਾਹੇ ਸਾਡਾ ਕਿਸੇ ਕਾਲਜਾਂ ਯੂਨੀਵਰਸਿਟੀਆਂ ਸਿੱਖਿਆ ਦੇਣ ਵਾਲਾ ਹੈ, ਉਹ ਲੋਕਾਂ ਨੂੰ ਸਿੱਖਿਆ ਦਿੰਦਾ ਹੈ, ਉਹ ਆਪਣੇ ਜੀਵਨ ਨੂੰ ਨਹੀਂ ਉਦਾਂ ਢਾਲਦਾ। ਉਹ ਸਿੱਖਿਆ ਨੂੰ ਸੱਚਮੁੱਚ ਆਪਦੇ ਜੀਵਨ ਚ ਨਹੀਂ ਲਾਉਂਦਾ। ਜੀ ਡਾਕਟਰ ਸਾਹਿਬ, ਇੱਥੇ ਮੈਂ ਇਹ ਬੇਨਤੀ ਕਰਾਂਗਾ ਤੁਹਾਨੂੰ ਹੋਰ ਇੱਕ, ਕਿ ਕਿਧਰੇ ਨਾ ਕਿਧਰੇ ਉਹ ਗਿਆਨ ਦੇ ਵਿੱਚ ਵੀ, ਮਤਲਬ ਉਹ ਗਿਆਨ ਬਹੁਤ ਵੱਡੀਆਂ ਖੋਜਾਂ ਕਰਦਾ ਹੈ, ਔਰ ਖੋਜਾਂ ਤੋਂ ਬਾਅਦ ਫਿਰ ਮੈਨੂੰ ਲੱਗਦਾ ਕਿਧਰੇ ਨਾ ਕਿਧਰੇ ਉਹ ਵੱਡੀਆਂ ਪਾਰਨ ਦਾ ਕਾਰਨ ਹੋਰ ਜ਼ਿਆਦਾ ਬਣਦਾ ਮਨੁੱਖਤਾ ਚ। ਔਰ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਇਸ ਗਿਆਨ ਕਰਕੇ ਇੱਕ ਗੁਰੂ ਘਰ ਵਿੱਚ ਹੀ ਜਿਹੜਾ ਨਾ, ਉਹ ਇੱਕ ਸ਼ਹਿਰ ਦੇ ਅਗਰ 4-10 ਗੁਰੂ ਘਰ ਨੇ, ਉਹ ਸੈਮੀਨਾਰਾਂ ਦੇ ਅਧੀਨ ਹੋ ਕੇ ਇਹ ਉਹ 10 ਦੇ 10 ਗੁਰੂ ਘਰ, ਕਿਉਂਕਿ ਜਿਹੜਾ ਇੱਕ ਗੁਰੂ ਘਰ ਹੈ ਉਹ ਜਿਸ ਵਿਚਾਰਧਾਰਾ ਨਾਲ ਜੁੜਿਆ, ਉਹਦਾ ਸੈਮੀਨਾਰ ਉਹਦੇ ਮਤਲਬ ਦੀ ਗੱਲ ਕੱਢੇਗਾ, ਔਰ ਉਹ ਕੱਢ ਕੇ ਉਹ ਸਾਡੇ ਗੁਰੂ ਘਰਾਂ ਦੀ ਆਪਸ ਵਿੱਚ ਦੂਰੀ ਵੱਧ ਰਹੀ ਹੈ ਆਪਸ ਵਿੱਚ, ਕਿਉਂਕਿ ਉਹਦੇ ਵੀ ਸੈਮੀਨਾਰ ਹੋ ਰਹੇ ਨੇ, ਉਹਦੇ ਵੀ ਸੈਮੀਨਾਰ। ਹਾਂ, ਸਹੀ ਗੱਲ ਹੈ। ਔਰ ਉਹ ਵੀ ਦੂਰ ਤੋਂ ਹੋ ਰਿਹਾ। ਇੱਕ ਗੁਰੂ ਘਰ ਦਾ ਬੱਚਾ ਦੂਸਰੇ ਗੁਰੂ ਘਰ ਚ ਐਡਜਸਟ ਨਹੀਂ ਹੋ ਸਕਦਾ, ਕਿਉਂਕਿ ਉਹ ਵੀ ਸੈਮੀਨਾਰਾਂ ਵਿੱਚੋਂ ਨਿਕਲ ਕੇ ਮੱਤ ਦੇ ਰਹੇ ਨੇ, ਉਹ ਵੀ ਸੈਮੀਨਾਰਾਂ ਵਿੱਚੋਂ ਨਿਕਲ ਕੇ ਮੱਤ ਦੇ ਰਹੇ ਨੇ। ਔਰ ਕਿਧਰੇ ਗੁਰੂ ਦੀ ਮੱਤ ਤੋਂ ਮੈਨੂੰ ਲੱਗਦਾ ਉਹ, ਕੀ ਲੱਗਦਾ ਤੁਹਾਨੂੰ ਵੀ ਉਹ ਕਿਵੇਂ ਦੂਰ ਹਟ ਰਹੇ ਨੇ? ਇਹਦੇ ਬਾਰੇ ਤੁਸੀਂ ਕਰਦਾ ਨਾ, ਇੱਕ ਮੈਨੂੰ ਐ ਲੱਗਦਾ ਵੀ 2 ਤਰ੍ਹਾਂ ਦਾ ਹੈਗਾ। ਜੇ ਅਸੀਂ ਉਹਦੇ ਵਿੱਚੋਂ ਜਿਹੜਾ ਟੋਟਲ ਜਿਸਟ ਕੱਢਾਂਗੇ, ਟੋਟਲ ਬਾਣੀ ਨੂੰ ਜਦ ਮੈਂ ਸਮਝਣ ਦੀ ਕੋਸ਼ਿਸ਼ ਕਰਦਾ, ਸਿੱਖ ਫਲਸਫੇ ਸਮਝਣ ਦੀ ਕੋਸ਼ਿਸ਼ ਕਰਦਾ, ਸਿੱਖ ਲਹਿਰ ਨੂੰ ਦੇਖਣ ਦੀ ਕੋਸ਼ਿਸ਼ ਕਰਦਾ, ਉਹਦੇ ਵਿੱਚ ਜਿਹੜਾ ਜੀਵਨ ਯਾਪਨ ਹੈ, ਜਿਹੜਾ ਤੁਹਾਡਾ ਆਚਾਰ ਹੈ, ਉਹ ਤੁਹਾਡੇ ਨਾਲੋਂ ਟੁੱਟਿਆ ਨਹੀਂ ਹੋਇਆ, ਨਾਲ ਜੁੜਿਆ ਹੋਇਆ। ਉਹਦੇ ਉੱਤੇ ਜਿਹੜਾ ਤੁਹਾਡਾ ਕਰਮ ਕਾਂਡ ਹੈ ਉਹ ਭਾਰੂ ਨਹੀਂ ਹੈ। ਉਹਦੇ ਉੱਤੇ ਜਿਹਨੂੰ ਕਹਿੰਦਾ ਮਰਿਆਦਾ ਭਾਰੂ ਨਹੀਂ, ਉਹ ਤੇ ਗਿਆਨ ਭਾਰੂ ਹੈ, ਆਚਾਰ ਭਾਰੂ ਹੈ। ਮਰਿਆਦਾ ਤੋਂ ਬਿਨਾਂ ਪਰ ਉਹ ਗਿਆਨ ਤੇ ਆਚਾਰ ਨਹੀਂ ਹੋ ਸਕਦਾ। ਮਰਿਆਦਾ ਇਸ ਕਰਕੇ ਜ਼ਰੂਰੀ ਜੀ। ਮਰਿਆਦਾ ਦੇ ਤੇ ਉਹੀ ਮਤਲਬ ਹੀ ਇਹ ਸੀ ਨਾ ਕਿ ਮਰਿਆਦਾ ਉਹ ਹੁੰਦੀ ਐਕਚੁਅਲੀ ਜੋ ਬੰਦੇ ਨੂੰ ਬੰਨ ਕੇ ਸਮਾਜ ਭਲਾਈ ਤੇ ਲਾ ਦੇ। ਹੁਣ ਜਦ ਅਸੀਂ ਕਦੀ ਮਰਿਆਦਾ ਨੂੰ, ਜਿਵੇਂ ਉਹਦੇ ਚ ਬਾਣਾ ਆ ਗਿਆ, ਉਹਦੇ ਚ 5 ਕਕਾਰ ਪਹਿਨੇ ਆ ਗਏ, ਉਹਦੇ ਚ ਬਾਕੀ ਚੀਜ਼ਾਂ ਆ ਗਈਆਂ, ਜਦ ਅਸੀਂ ਮਰਿਆਦਾ ਨੂੰ ਭਾਰੂ ਬਣਾ ਕੇ ਫਿਰ ਕੁਝ ਸ਼ਬਦ ਕਹਿੰਦੇ ਆ,
ਫਿਰ ਮੈਨੂੰ ਐਂ ਲੱਗਦਾ ਕਿਉਂਕਿ ਗੁਰਬਾਣੀ ਤਾਂ ਇੱਕ ਬੜਾ ਵੱਡਾ ਸਾਗਰ ਹੈ, ਉਹਦੇ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਮਿਲਣਗੇ ਰੂਪ ਜਿਹੜੇ ਨੇ, ਤੇ ਅਸੀਂ ਉਹਨਾਂ ਨੂੰ ਬਾਹਰ ਕੱਢ ਕੇ ਦੇਖਾਂਗੇ ਤਾਂ ਸ਼ਾਇਦ ਅਸੀਂ ਗੁਰਬਾਣੀ ਦੇ ਵਿੱਚੋਂ ਆਪਣੀ ਮਰਜ਼ੀ ਦਾ, ਫਿਰ ਤਾਂ ਇਹੀ ਹੈ ਨਾ ਵੀ ਜਿਹਨੇ ਜਿਹੜੀ ਤੁਕ ਜਿਹਨੂੰ ਪਸੰਦ ਆਈ ਉਹ ਕਰ ਲਈ। ਜੇ ਤੁਸੀਂ ਗੁਰਬਾਣੀ ਦਾ ਸਮੁੱਚਾ ਪ੍ਰਭਾਵ ਅਸੀਂ ਦੇਖੀਏ ਤਾਂ ਅਸੀਂ ਸਮੁੱਚੇ ਪ੍ਰਭਾਵ 'ਚ ਕੀ ਦੇਖਦੇ ਹਾਂ? ਦੇਖੋ 2-3 ਗੱਲਾਂ ਮੈਂ ਛੋਟੀ ਛੋਟੀਆਂ ਕਹਾਂਗਾ ਜੀ। ਹੰਕਾਰ ਬਾਰੇ ਕਬੀਰ ਜੀ ਨੇ ਕੀ ਕਿਹਾ? ਕਬੀਰਾ ਗਰਵ ਨਾ ਕੀਜੀਏ ਉੱਚਾ ਦੇਖ ਆਵਾਸ, ਅੱਜ ਕੱਲ ਭੋਏ ਦੇਖਣਾ ਉੱਪਰ ਜਾਣਾ ਕਿ ਆਕਾਸ਼। ਕਬੀਰਾ ਗਰਵ ਨਾ ਕੀਜੀਏ ਰੰਕ ਨਾ ਹੱਸੀਏ ਕੋਈ, ਅਜੇ ਤੋਂ ਨੌ ਸਮੁੰਦ ਮੇ ਕਿਆ ਜਹਾਨ ਹੋ ਗਿਆ ਹੋਏ। ਹੁਣ ਜਿਹੜਾ ਸਮੁੰਦ ਮੈਂ ਕਿਹਾ ਹੈ ਉਹ ਇਹੀ ਹੈ ਵੀ ਅਜੇ ਤਾਂ ਤੁਸੀਂ ਇਸੇ ਸੰਸਾਰ 'ਚ ਹੀ ਹੋ, ਇਸੇ ਸੰਸਾਰ 'ਚ ਕੀ ਪਤਾ ਕਦ ਕੀ ਹੋਣਾ ਹੈ। ਜੀ ਜੀ ਬਿਲਕੁਲ। ਤੇ ਤੁਸੀਂ ਗਰੀਬ ਤੇ ਹੱਸੋ ਨਾ, ਹੈ ਜੀ ਜੀ ਬਿਲਕੁਲ ਬਿਲकुल ਯਾਰ। ਇਹ ਤੇ ਇਹ ਜਿਹੜਾ ਹੈਗਾ ਨਾ ਕਬੀਰਾ ਗਰਵ ਨਾ ਕੀਜੀਏ ਉੱਚਾ ਦੇਖ ਆਵਾਸ, ਅੱਜ ਕੱਲ ਭੋਏ ਦੇਖਣਾ ਉੱਪਰ ਜਾਣਾ ਘਾਸ, ਹੈ ਜੀ। ਸੋ ਇਹ ਜਿਹੜਾ ਸਾਨੂੰ ਕਬੀਰ ਸਾਹਿਬ ਨੇ ਕਿੱਡੀ ਵੱਡੀ ਗੱਲ ਕਹੀ ਹੈ। ਇਸੇ ਤਰ੍ਹਾਂ ਦੂਜੇ ਪਾਸੇ ਜਾਈਏ ਬਾਬੇ ਫਰੀਦ ਦਾ, ਬਾਬੇ ਫਰੀਦ ਨੇ ਕਿਹਾ ਹੈ ਜਾ ਲਵਤਾ ਨੇ ਕਿਹਾ ਲਵਤਾ ਕੂੜਾ ਨੇ ਕਿਚਰ ਚੱਕ ਲੰਗਾਈਏ ਛੱਪੜ ਚਿੱਟੇ ਨੇ ਜੀ। ਜੇ ਲਾਲਚ ਦੇ ਵਿੱਚ ਜੇ ਮੈਂ ਉਹ ਤਾਂ ਇੱਥੇ ਤੱਕ ਵਜਨ 'ਚ ਜਾਂਦੇ ਨੇ ਵੀ ਜੇ ਤੁਸੀਂ ਭਗਤੀ ਇਸ ਲਾਲਚ 'ਚ ਕਰਦੇ ਹੋ ਕਿ ਮੇਰੀ ਮੁਕਤੀ ਹੋ ਜੇ, ਇਹ ਵੀ ਲਾਲਚ ਹੈ। ਜੀ 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 ਤੁਸੀਂ ਤਾਂ ਸੱਚੇ ਦੇ ਇੱਕ ਨਿਕੋ, ਤੁਸੀਂ ਸੱਚੇ ਦਾ ਰੂਪ ਹੋ ਜੀ। ਜਦ ਤੁਸੀਂ ਸੱਚੇ ਦਾ ਰੂਪ ਹੋ, ਸੱਚੇ ਨੇ ਤੁਹਾਨੂੰ ਇਹ ਹੁਕਮ ਦਿੱਤਾ ਵੀ ਇਹ ਕੰਮ ਕਰਨੇ ਨੇ, ਤੁਸੀਂ ਉਹ ਕੰਮ ਕਰਨੇ ਨੇ ਨਿਰਵਿਚਿਤ ਹੋ ਕੇ। ਨਿਰਵਿਚਿਤ ਦਾ ਮਤਲਬ ਇਹ ਨਹੀਂ ਹੈ ਵੀ ਤੁਹਾਨੂੰ ਉਹਦੇ 'ਚ ਮਤਲਬ ਉਹਦੇ ਫਲ ਦੇ ਪਿੱਛੇ ਨਹੀਂ ਭੱਜਣਾ। ਤੁਸੀਂ ਜਿਹੜਾ ਇਹ ਸਮਝਣਾ ਵੀ ਠੀਕ ਹੈ ਮੈਨੂੰ ਇਹ ਸ਼ਫਾ ਮਿਲੀ ਹੈ, ਮੈਨੂੰ ਇਹ ਗਿਆਨ ਮਿਲਿਆ, ਮੇਰੇ ਹੱਥ 'ਚ ਗੁਣ ਹੈਗਾ, ਮੈਂ ਇਹਦੇ ਨਾਲ ਸਮਾਜ ਦੀ ਕਿਵੇਂ ਭਲਾਈ ਕਰ ਸਕਦਾ ਤਾਂ ਕਿ ਜਿਹੜਾ ਸਮਾਜ ਹੈ ਵੰਡੀਆਂ ਪਾਉਣ ਦੀ ਬਜਾਏ ਸਮਾਜ, ਕਿਉਂਕਿ ਮਨੁੱਖ ਇੱਕ ਹੈ, ਉਹ ਇਕੱਲਾ ਮਨੁੱਖ ਹੀ ਨਹੀਂ ਇੱਕ ਬਲਕਿ ਜੀਵ ਜੰਤੂ ਸਾਰੇ ਜਾਨਦਾਰ ਤੇ ਬੇਜਾਨ ਚੀਜ਼ਾਂ ਸਾਰੀਆਂ ਇੱਕ ਨੇ। ਇਹਨਾਂ ਸਾਰਿਆਂ ਨੂੰ ਇੱਕ ਸਮਝਣਾ ਜਿਹੜਾ ਉਹਨੂੰ ਸੱਚੀ ਮੁੱਚੀ ਹਿਰਦੇ ਦੇ ਵਿੱਚ ਸਮਝਣਾ, ਉਹਨੂੰ ਮਾਨਸਿਕ ਤੌਰ ਤੇ ਸਮਝਣਾ, ਉਹਨੂੰ ਜੀਵਨ 'ਚ ਹੰਡਾਉਣਾ, ਇਹ ਬ੍ਰਹਮ ਗਿਆਨ ਵੱਲ ਨੂੰ ਵਧਣ ਦਾ ਰਸਤਾ ਹੈ। ਨਾ ਕਿ ਉਹਨਾਂ ਨੂੰ ਵੱਖ-ਵੱਖ ਮੰਨਦੇ ਹੋਏ ਵੀ ਆਪਾਂ ਸਮੁੰਦਰ ਦੇ ਕੰਢੇ ਆਪਣੀ ਗੱਡੀ ਵੀ ਚਲਾਓ, ਐਸ਼ ਉਹਦੇ ਵਿੱਚ ਕਹੋ, ਦੂਜੇ ਨੂੰ ਉਹ ਕਹੋ ਫਲਾਣਾ ਐ ਨਹੀਂ ਕਰ। ਆਪਾਂ ਉਸ ਪਾਸੇ ਨੂੰ ਜੇ ਜਾਈਏ, ਵੱਡੇ ਮਹਿਲਾਂ 'ਚ ਵੀ ਰਹੋ, ਚੰਗਾ ਧਨ ਵੀ ਅਰਜਿਤ ਕਰੀ ਜਾਓ, ਡਾਲਰ ਵੀ ਬਣਾਓ, ਹੈ ਜੀ, ਤੇ ਫਿਰ ਉਹਨੂੰ ਉਹਦੇ ਉੱਤੇ ਮਾਣ ਵੀ ਕਰੋ ਵੀ ਹੈ ਦੇਖਿਆ ਮੈਂ ਇਹ ਕਰ ਲਿਆ। ਮੈਨੂੰ ਤਾਂ ਐਂ ਲੱਗਦਾ ਹੈ ਮੈਂ ਸਮਝਣਾ। ਹੈਲੋ ਜੀ ਡਾਕਟਰ ਸਾਹਿਬ ਜੀ, ਉਹ ਜਦੋਂ ਗੁਰੂ ਸਾਹਿਬ ਨੇ ਕਿਹਾ ਨਾ ਬ੍ਰਹਮ ਗਿਆਨੀ ਆਪ ਪਰਮੇਸ਼ਰ, ਹਾਂਜੀ, ਤੇ ਉਹ ਜਦੋਂ ਬ੍ਰਹਮ ਗਿਆਨੀ ਦੇਖ ਹੀ ਲਏਗਾ ਪਰਮੇਸ਼ਰ ਤੋਂ ਕੁਝ ਹੈ ਹੀ ਨਹੀਂ ਸਾਰਿਆਂ ਚ। ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਜੀ 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 ਬਿਲਕੁਲ 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 ਜੀ। ਸੋ ਇਸ ਕਰਕੇ ਜਦ ਅਸੀਂ ਇਸ ਨੂੰ ਦੇਖਦੇ ਹਾਂ, ਇਹ ਅਸਲ 'ਚ ਸਹੀ ਗੱਲ ਜਿਵੇਂ ਮੈਨੂੰ ਲੱਗਦਾ ਇਹ ਡੂੰਘੇ ਗੁੜ ਖਾਇਆ ਵਾਲੀ ਗੱਲ ਹੈ। ਜਿਹਨੇ ਤਾਂ ਇਸ ਗਿਆਨ ਨੂੰ ਇਸ ਪਰਪਸ ਵਾਸਤੇ ਲੈ ਕੇ ਜਾਣਾ, ਇਸ ਉਦੇਸ਼ ਨਾਲ ਵੀ ਆਪਾਂ ਆਪਣਾ ਬੜਾ ਨਾਮ ਬਣਾਉਣਾ ਹੈ, ਆਪਾਂ ਨੂੰ ਲੋਕ ਕਹਿਣ ਵੀ ਬਹੁਤ ਸਿਆਣਾ ਹੈ, ਬੜਾ ਵੱਡਾ ਗਿਆਨੀ ਹੈ, ਆਪਣੇ ਪੈਰੀਂ ਹੱਥ ਨਾ ਵੀ ਲਵਾਈਏ, ਫਤਿਹ ਹੀ ਸਾਨੂੰ ਜ਼ਿਆਦਾ ਲੋਕ ਬੁਲਾਉਣ, ਸਾਨੂੰ ਕਿਤੇ ਦੇਖ ਕੇ ਭੱਜ ਕੇ ਆਉਣ ਵੀ ਇਹਨਾਂ ਤੋਂ ਗਿਆਨ ਦੇਵਾਂਗੇ, ਜਾਂ ਸਾਡੇ ਇਸੇ ਨਾਲ ਅਸੀਂ ਕੋਈ ਆਪਣੀ ਸਿੱਖੀ ਸੇਵਕੀ ਹੋਰ ਬਣਾਈ ਜਾਈਏ, ਉਹ ਮੈਨੂੰ ਲੱਗਦਾ ਉਹ ਗਿਆਨ ਨਹੀਂ ਹੈਗਾ, ਉਹ ਪੋਥੀ 'ਚ ਖੋਤੀ ਵਾਹੁਣ ਵਾਲੀ ਗੱਲ ਹੈ। ਉਹ ਉਹੀ ਗੱਲ ਹੈ ਜਿਹੜੀ ਫੜ ਗੱਡੀ ਲੱਗੀ ਹੈ, ਫੜ ਭਰੀਏ ਸਾਥ ਜੀ। ਉਹੀ ਮੈਨੂੰ ਇਹ ਲੱਗਦਾ ਵੀ ਗੁਰੂ ਸਾਹਿਬ ਨੇ ਡਾਕਟਰ ਸਾਹਿਬ, ਹਾਂਜੀ, ਮੈਨੂੰ ਇਹ ਲੱਗਦਾ ਵੀ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਂਦਿਆਂ, ਗੁਰੂ ਨਾਨਕ ਸਾਹਿਬ ਵੀ ਬੜੇ ਸਿੰਪਲ ਸੀ। ਮੈਨੂੰ ਲੱਗਦਾ ਵੀ ਇੱਥੇ ਵੀ ਜਾਂਦੇ ਹੋਣਗੇ ਨਾ ਉਹ, ਹਾਂਜੀ, ਤੇ ਉਹ ਇੱਕ ਬੜੇ ਸਿੰਪਲ ਬੇਸ ਦੇ ਵਿੱਚ, ਕਿਉਂਕਿ ਮੈਨੂੰ ਨਹੀਂ ਲੱਗਦਾ ਵੀ, ਕਿਉਂਕਿ ਉਹ ਕੋਈ ਪਹਿਲਾਂ ਤੇ ਉਹ ਕਿਤੇ ਮੈਸੇਜ ਨਹੀਂ ਸੀ ਭੇਜਦੇ ਵੀ ਆ ਰਿਹਾ, ਕਿਉਂਕਿ ਮੈਸੇਜ ਦਾ ਸਾਧਨ ਹੀ ਕੋਈ ਨਹੀਂ ਸੀ। ਉਹ ਸਿੰਪਲ ਵੇ 'ਚ ਜਾਂਦੇ ਸੀ, ਔਰ ਜਾ ਕੇ ਮੈਨੂੰ ਲੱਗਦਾ ਵੀ ਕਿਸੇ ਇੱਕ ਦੋ ਬੰਦੇ ਨੂੰ ਮਿਲਦੇ ਹੋਣਗੇ ਔਰ ਜ਼ਮੀਨ ਤੇ ਹੀ ਬੈਠ ਜਾਂਦੇ ਹੋਣਗੇ, ਔਰ ਹੱਸਦਿਆਂ ਖੇਲਦਿਆਂ ਉਹਨਾਂ ਨੂੰ ਸਾਰੀ ਗੱਲ ਦੱਸਦੇ ਹੋਣਗੇ ਵੀ ਸਾਰੇ ਆਪਾਂ ਇੱਕ ਪਰਮਾਤਮਾ ਦੀ ਔਲਾਦ ਆ, ਬਿਲਕੁਲ ਸਾਰੇ ਹੀ ਉਹਦੇ ਬੱਚੇ ਆ। ਔਰ ਮੈਨੂੰ ਲੱਗਦਾ ਵੀ ਇਹ ਚੀਜ਼ ਹੀ ਇੱਕ ਉਹਨਾਂ ਦਾ ਮੁੱਖ ਉਪਦੇਸ਼ ਹੁੰਦਾ ਸੀ ਜਿਹੜਾ ਲੋਕਾਂ ਨੂੰ ਅਪੀਲ ਕਰਦਾ ਸੀ। ਹਾਂਜੀ ਹਾਂਜੀ। ਔਰ ਜਿਹੜੀ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੂੰ ਚੀਜ਼ ਦਿੱਤੀ, ਹਾਂਜੀ, ਵੀ ਉਹਦੇ 'ਚ ਮੈਂ ਤੁਹਾਡੇ ਕੋਲ ਇੱਕ ਵਿਚਾਰ ਲਵਾਂਗਾ ਵੀ ਆਪਾਂ ਸਾਰੇ ਹੀ ਜਿੰਨੇ ਵੀ ਗੁਰੂ ਸਾਹਿਬ ਦੇ ਅੱਗੇ ਸਿਰ ਝੁਕਾਉਂਦੇ ਆਪਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਹਨਾ, ਹਾਂਜੀ ਹਾਂਜੀ, ਉਹ ਸਾਰੇ ਹੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਆ, ਹਨਾ, ਹਾਂਜੀ। ਹੁਣ ਮੈਨੂੰ ਲੱਗਦਾ ਵੀ ਗੁਰੂ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਸਿੰਪਲ ਰੂਪ ਵਿੱਚ ਉਸ ਗੱਲ ਨੂੰ ਹੋਰ ਸਿੰਪਲੀਫਾਈ ਕੀਤਾ, ਹਾਂਜੀ, ਤੇ ਉਹਨਾਂ ਨੇ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਉਹਨਾਂ ਨੇ ਕਿਹਾ ਵੀ ਤੂੰ ਹੋ ਹੀ ਵਾਹਿਗੁਰੂ ਦਾ ਜਾ, ਔਰ ਜਦੋਂ ਵਾਹਿਗੁਰੂ ਸਾਰੇ ਸੰਸਾਰ ਦਾ ਹੈ, ਹਾਂਜੀ,
ਤੇ ਫਿਰ ਖਾਲਸਾ ਵੀ ਤੂੰ ਫਿਰ ਇੱਕ ਨਿੱਜੀ, ਇੱਕ ਛੋਟੇ, ਇੱਕ ਧਰਮ ਦਾ ਜਾਂ ਇੱਕ ਗੁਰਦੁਆਰੇ ਦਾ ਜਾਂ ਇੱਕ ਦੇਸ਼ ਦਾ ਜਾਂ ਇੱਕ ਕਮਿਊਨਿਟੀ ਦਾ ਤੂੰ ਕਿਵੇਂ ਹੋ ਗਿਆ? ਜਦੋਂ ਵਾਹਿਗੁਰੂ ਸਾਰੇ ਸੰਸਾਰ ਦਾ ਤੇ ਫਿਰ ਖਾਲਸਾ ਸਾਰਿਆਂ ਦਾ ਨਾ ਹੋ ਗਿਆ। ਬਿਲਕੁਲ ਬਿਲਕੁਲ ਇਹੀ ਕਿਹਾ, ਬਿਲਕੁਲ ਇਹੀ ਕਿਹਾ, ਇਸੇ ਕਰਕੇ ਕਿਹਾ ਜੀ ਦੇਸ਼ੀ ਵੀ ਸਾਰਿਆਂ ਨੂੰ ਕਿਵੇਂ ਕਿਹਾ ਗੁਰੂ ਸਾਹਿਬ ਨੇ, ਖਾਲਸਾ ਵੀ ਉਹਦਾ ਰੂਪ ਹੈ, ਖਾਲਸਾ ਮੇਰਾ ਰੂਪ ਹੈ ਖਾਸ। ਉਹ ਹੈਗਾ ਕਿ ਜਿਹੜਾ इन्हीं की कृपा से सजे हैं हम, नहीं तो मोह सो गरीब करोड़ परे है। वो ये जेड़ा आप जी ने फरमाया है, ये बिल्कुल यही है भी खालसा जेड़ा ये वाहिगुरु का रूप है। वाहिगुरु तो पूरा सर्व शक्तिवान सर्व व्यापक है। ਉਹਦੇ ਵਿੱਚ ਗੋਰਾ ਕਾਲਾ ਉੱਚਾ ਨੀਚਾ ਮਰਦ ਔਰਤ ਬੱਚਾ ਬਜ਼ੁਰਗ ਪੰਜਾਬੀ ਹਿੰਦੀ ਮਰਾਠੀ ਜਾਂ ਅਮਰੀਕਨ ਜਾਂ ਅੰਗਰੇਜ਼ ਜਾਂ ਕਾਲੇ ਹਬਸੀ ਕੁਛ ਵੀ ਉਹਦੇ ਚ ਕੋਈ ਮਤਲਬ ਨਹੀਂ ਹੈ, ਉਹ ਸਾਰੇ ਉਸੇ ਦੀ ਨੇ ਜੀ। ਇਸ ਕਰਕੇ ਜੇ ਤੁਸੀਂ ਉਹ ਸਾਰੇ ਬ੍ਰਹਮੰਡ ਨੂੰ ਇੱਕ ਸਮਝਦਾ ਵੀ ਬ੍ਰਹਮੰਡ ਦੇ ਵਿੱਚ ਉਹ ਰਚਿਆ ਹੋਇਆ ਕਣ ਕਣ ਚ ਉਹ ਸੱਚਾ ਹੀ ਬ੍ਰਹਮੰਡ ਹੈ, ਸੱਚਾ ਹੀ ਬ੍ਰਹਮੰਡ ਹੈ। ਅਸਲ ਚ ਇਹ ਜਿਹੜੀ ਹੈ ਨਾ ਹੈ ਗੁਪਤੋ ਪ੍ਰਗਟੀ ਆਏ ਦਾ, ਠੀਕ ਹੈ ਨਾ, ਖੰਡ ਮੰਡਲ ਬ੍ਰਹਮੰਡ ਉਪਾਏ, ਠੀਕ ਹੈ ਨਾ ਜੀ, ਗੁਪਤੋ ਪ੍ਰਗਟੀ ਆਏ ਦਾ ਇਹ ਉਹਦਾ ਪ੍ਰਗਟ ਰੂਪ ਹੈ। ਜੇ ਤਾਂ ਅਸੀਂ ਇਹ ਸਮਝ ਲਈਏ ਵੀ ਸਾਰੇ ਖੰਡ ਮੰਡਲ ਬ੍ਰਹਮੰਡ ਸਾਰੇ ਜਿਹੜੇ ਨੇ ਉਹਦਾ ਪ੍ਰਗਟ ਰੂਪ ਹੈ, ਗੁਰਬਾਣੀ ਦੇ ਵਿੱਚ ਹੀ ਆਪਾਂ ਨੂੰ ਸਿੱਖਿਆ ਦਿੱਤੀ ਹੈ ਜੀ। ਫਿਰ ਜਿੱਦੇ ਅਸੀਂ ਇਹ ਸਮਝ ਗਏ ਇਹ ਬ੍ਰਹਮ ਗਿਆਨ ਹੈ ਵੀ ਉਸ ਦਾ ਰੂਪ ਹੈ ਇਹ ਸਾਰਾ। ਫਿਰ ਜੇ ਉਸ ਦਾ ਰੂਪ ਹੈ ਤਾਂ ਅਸੀਂ ਜਿਹੜੀ ਅੱਜ ਜਿਹੜੀ ਆਪਾਂ ਪਹਿਲੇ ਪਾਠ 'ਚ ਗੱਲ ਕਰ ਰਹੇ ਸੀ ਕਰੋਨਾ ਵਾਇਰਸ ਵਾਲੀ, ਉਹ ਵੀ ਅਸੀਂ ਇਹਦੀ ਫਿਰ ਤਬਾਹੀ ਨਹੀਂ ਮਚਾਵਾਂਗੇ, ਫਿਰ ਅਸੀਂ ਇਹਦਾ ਕੁਛ ਲੋਕਾਂ ਕੋਲ ਇਕੱਠੇ ਨਹੀਂ ਹੋਣ ਦੇਵਾਂਗੇ, ਫਿਰ ਇਹਨੂੰ ਅਸੀਂ ਵਾਹਿਗੁਰੂ ਦੀ ਦਾਤ ਸਮਝ ਕੇ, ਕਿਉਂਕਿ ਸਾਰੇ ਵਾਹਿਗੁਰੂ ਦੇ ਰੂਪ ਨੇ, ਇਸ ਕਰਕੇ ਸਭ ਦਾ ਸਾਂਝਾ ਹੋਊਗਾ, ਅਸੀਂ ਸਭ ਦੀ ਸਾਂਝੀ ਵਾਪਸ ਲੈਣ ਵੱਲ ਨੂੰ ਜਾਵਾਂਗੇ। ਇਸੇ ਕਰਕੇ ਅਸੀਂ ਹੰਕਾਰ ਤੋਂ ਹਟਾਂਗੇ ਜੀ, ਇਸ ਵੇਲੇ ਹੰਕਾਰ ਤੋਂ ਹਟਾਂਗੇ। ਬਿਲਕੁਲ ਸੰਗੇ ਸਾਂਝੀਵਾਲ ਦਾ ਹੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਸੀ। ਔਰ ਇਹ 500 ਮਤਲਬ 250 ਸਾਲ ਲਗਾਤਾਰ 10 ਗੁਰੂ ਸਾਹਿਬ ਨੇ ਤੇ ਵਰਕ ਕੀਤਾ। ਹਾਂਜੀ ਹਾਂਜੀ। ਔਰ 10ਵੇਂ ਪਾਤਸ਼ਾਹ ਨੇ ਫਿਰ ਇਸੇ ਸਿਧਾਂਤ ਕਰਕੇ ਪਰਿਵਾਰ ਵਾਰ ਦਿੱਤਾ। ਬਿਲਕੁਲ ਬਿਲਕੁਲ, ਇਹ ਇਸੇ ਸਿਧਾਂਤ ਦੇ ਉੱਤੇ ਪਰਿਵਾਰ ਵਾਰ ਹੈ। ਮੈਂ ਅੱਜ ਹੀ ਕਹਿ ਰਿਹਾ ਸੀ ਪਰਿਵਾਰ ਵਾਰਿਆ ਸੀ। ਇੱਕ ਲਾਈਨ 'ਚ ਗੱਲ ਕਹਾਂਗਾ, ਮੈਂ ਤੁਹਾਡੀ ਗੱਲ ਟੋਕਣ ਲੱਗਿਆ, ਮਾਫ ਕਰਨਾ ਜੀ। ਅੱਜ ਹੀ ਕਿਤੇ ਗੱਲ ਹੋ ਰਹੀ ਸੀ ਜਦ ਉਹਨਾਂ ਨੇ ਮੈਨੂੰ ਕਹਿ ਰਹੇ ਸੀ, ਮੈਂ ਕਿਹਾ ਤੁਸੀਂ ਮੈਨੂੰ ਐਂ ਦੱਸੋ ਵੀ 6 ਤੇ 9 ਸਾਲ ਦੇ ਬੱਚੇ ਜੀ 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 ਜਿਹਨੂੰ ਆਪਣੀ ਅੱਜ ਵੀ ਜਿਹੜੇ ਬੱਚੇ ਇੰਨੇ ਮਤਲਬ ਤੇਜ਼ ਹੋ ਗਏ ਅੱਜ ਦੇ, ਤਾਂ ਵੀ ਅਸੀਂ ਕਹਿੰਦੇ ਅਨੁਭਵ ਨੇ, 6 ਤੇ 9 ਸਾਲ ਦੇ ਬੱਚੇ ਜੇ ਕੁਰਬਾਨੀ ਦਿੰਦੇ ਨੇ ਤੇ ਝੁਕਦੇ ਨਹੀਂ ਜੀ ਜੀ ਜੀ, ਕੀ ਹੈ ਕਿ ਹੋਰ ਕੀ ਹੈ ਜੀ। ਬਿਲਕੁਲ, ਅੱਜ ਅਸੀਂ ਵੱਡੇ ਤੋਂ ਵੱਡਾ ਬੰਦਾ ਕਰੋਨਾ ਤੋਂ ਡਰ ਰਹੇ ਹਾਂ। ਦੇਖੋ ਇਹ ਜਿਹੜਾ ਜਿਹੜੀ ਇਹ ਗੱਲ ਹੈ ਵੀ ਅੱਜ ਇੱਕ ਉਹ ਸੀਟ ਆਫ ਪਾਵਰ ਦਾ ਜਥੇਦਾਰ ਵੀ ਕਰੋਨਾ, ਠੀਕ ਹੈ ਜੋ ਵੀ ਹੋ ਗਿਆ ਜੀ ਜੀ, ਅੱਜ ਅਸੀਂ ਡਰਦੇ ਹਾਂ, ਅਸੀਂ ਭੈ ਭੀਤ ਹੋਏ ਪਏ ਹਾਂ। ਅਸੀਂ ਕਿੱਥੇ ਸੱਚੇ ਨੂੰ ਮੰਨਦੇ ਹਾਂ? ਜੇ ਸੱਚੇ ਨੂੰ ਮੰਨਦੇ ਹਾਂ, ਸੱਚੇ ਦੀ ਰਜਾ ਹੈ, ਅਸੀਂ ਕੋਈ ਸਿਰਤਾ ਜਾ ਕੇ ਦੇ ਨਹੀਂ ਰਹੇ। ਜੀ ਬਿਲਕੁਲ ਜੀ ਬਿਲਕੁਲ, ਇਹ ਤੇ ਮੈਂ ਓਪਨ ਕਵਾਂਗਾ ਡਾਕਟਰ ਸਾਹਿਬ ਵੀ ਗੁਰੂ ਸਾਹਿਬ ਨੇ ਸਿਧਾਂਤ ਕਰਕੇ ਵਾਰਿਆ। ਔਰ ਹੁਣ ਉਹ ਕਰੋਨਾ ਜਿਹੜਾ ਹੈ, ਹੁਣ ਅਗਰ ਫਿਰ ਮੈਂ ਇਹ ਤੁਹਾਨੂੰ ਇੱਕ ਬੇਨਤੀ ਆਪਣੀਆਂ ਸੰਗਤਾਂ ਨੂੰ ਵੀ ਤੁਹਾਨੂੰ ਇਹ ਕਰਾਂਗਾ, ਆਪਾਂ ਬੇਨਤੀ ਵੀ ਸਾਨੂੰ ਅੱਜ ਤੁਸੀਂ ਇੱਕ ਹੋਣ ਦਾ ਆਪਾਂ ਫਿਰ ਤੁਹਾਡੇ ਕੋਲੋਂ ਆਪਾਂ ਲਾਹਾ ਲੈ ਕੇ ਹਟਣਾ ਜਦੋਂ ਤੱਕ ਤੁਸੀਂ ਇੱਥੇ ਹੋ। ਤੇ ਸਾਡੀ ਤੁਸੀਂ ਵੈਲੀ ਨੂੰ ਇਹ ਦੱਸੋ ਕਿ ਅਸੀਂ ਉਸ ਸਿਧਾਂਤ ਵਾਸਤੇ ਇੱਕ ਹੋ ਕੇ ਵਧਣਾ। ਜੇ ਆਪਾਂ ਬਚ ਗਏ ਤੇ ਦੇਖੋ, ਜੇ ਕੱਲ ਨੂੰ ਕਿਉਂਕਿ ਆਪਾਂ ਹਟੇ ਸੀ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਆਪਾਂ ਕੋਈ ਸਿਲਾ ਨਹੀਂ ਦਿੱਤਾ। ਉਸ ਤੋਂ ਬਾਅਦ ਆਪਾਂ 550 ਸਾਲ ਹੋ ਗਏ ਨੇ, ਬਿਲਕੁਲ ਆਪਾਂ ਕੋਈ ਉਸ ਗੱਲ ਤੇ ਤੁਰੇ ਨਹੀਂ। ਸਹੀ ਗੱਲ। ਔਰ ਉਸ ਕਰਕੇ ਹੁਣ ਮੈਨੂੰ ਲੱਗਦਾ ਪਰਮਾਤਮਾ ਨੇ ਉਹ ਕਰੋਨਾ ਭੇਜ ਦਿੱਤਾ ਹੈ, ਪਰ ਜੇ ਅਸੀਂ ਉਹ ਤੋਂ ਬਚ ਗਏ ਤਾਂ ਸਾਨੂੰ ਇਹ ਆਪਾਂ ਮਿਲ ਕੇ ਜ਼ਰੂਰ ਉਪਦੇਸ਼ ਤੁਹਾਡੇ ਕੋਲ ਲਵਾਂਗੇ। ਇਸ ਗੱਲ ਤੇ ਜੇ ਉਹਦਾ ਹੁਕਮ ਹੋਇਆ ਆਪਾਂ ਬਚਾਂਗੇ, ਫਿਰ ਗੱਲ ਕਰਾਂਗੇ। ਜੇ ਬਚਾਂਗੇ ਨਾ ਜੀ, ਬਚਾਂਗੇ ਤੇ ਫਿਰ ਆਪਾਂ ਇਹ ਗੱਲ ਕਰਨੀ ਲਗਾਤਾਰ, ਬਚੀ ਜਾਣਾ ਬਚੀ। ਬਿਲਕੁਲ ਬਿਲਕੁਲ, ਆਪਾਂ ਇਹ ਗੱਲ ਕਰਨੀ ਕਿ ਆਪਾਂ ਇੱਕ ਹੋ ਕੇ ਉਸ ਪਾਸੇ ਤੁਰੀਏ। ਨਹੀਂ ਤੇ ਕਰੋਨਾ ਹੁਣ ਤੇ ਬਾਹਰੋਂ ਸ਼ਾਇਦ ਕਰੋਨਾ ਛੱਡ ਦੇ, ਹਾਂਜੀ ਕੋਈ ਐਸਾ ਕਰੋਨਾ ਫਿਰ ਆ ਜਾਏਗਾ ਜਿਹੜਾ ਸਾਨੂੰ 50 ਸਾਲ ਤੋਂ ਬਾਅਦ ਵੀ ਕਰੋਨਾ ਆਉਂਦਾ, 100 ਸਾਲ ਜੀ ਲਈਏ ਫਿਰ ਵੀ ਉਹ ਕਰੋਨਾ ਆਉਂਦਾ। ਤੇ ਉਹ ਕਰੋਨੇ ਨੂੰ ਆਪਾਂ ਟਾਈਮ ਨਾਲ ਸਮਝ ਲਈਏ ਵੀ ਉਹ ਇਸ ਕਰੋਨੇ ਤੋਂ ਬਚਦੇ, ਉਹ ਕਰੋਨਾ ਤੇ ਆਣਾ ਹੀ ਆਣਾ ਹੈ ਨਾ। ਹਾਂ ਬਿਲਕੁਲ ਠੀਕ ਜੀ ਜੀ, ਜੇ ਉਹ ਤੋਂ ਆਪਾਂ ਬਚ ਨਹੀਂ ਸਕਾਂਗੇ ਤੇ ਆਪਾਂ ਉਸ ਪਾਸੇ ਧਿਆਨ ਕਰਦੇ ਹੋਏ ਇੱਕ ਹੋ ਕੇ ਤੁਰੀਏ, ਗੁਰੂ ਦੇ ਸਿਧਾਂਤ ਤੇ ਤੁਰੀਏ। ਕੀ ਆਪਾਂ ਇਹ ਮਤਲਬ ਗੁਰਦੁਆਰਿਆਂ ਦੇ ਨਾਂ ਤੇ ਲੜ ਰਹੇ ਹਾਂ ਜਾਂ ਆਪਾਂ ਧਰਮਾਂ ਦੇ ਨਾਂ ਤੇ ਲੜ ਰਹੇ ਹਾਂ? ਇਹ ਵੰਡੀਆਂ ਪਾਉਣ ਵਾਲੀ ਗੱਲ ਚੋਂ ਬਾਹਰ ਜੀ ਜੀ ਜੀ, ਕਿਧਰੇ ਗੁਰੂ ਸਾਹਿਬ ਦੀ ਇੱਕ ਹੋਈਏ, ਗੁਰੂ ਸਾਹਿਬ ਦੇ ਨਾਲ ਇੱਕ ਰੂਪ 'ਚ ਹੋਈਏ ਤੇ ਸਰਵ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਜਾਏ। ਜੀ ਡਾਕਟਰ ਸਾਹਿਬ, ਬਿਲਕੁਲ ਇਹ
ਤੇ ਇੱਕ ਤੁਸੀਂ ਮੈਂ ਸਮਝਾਂਗਾ ਵੀ ਤੁਸੀਂ ਸਾਡੀ ਇੱਕ ਬੂਨ ਹੋ, ਤੁਸੀਂ ਸਾਡੇ ਵਾਸਤੇ ਵੀ ਤੁਸੀਂ ਇੱਕ ਸਿੱਖ ਕੌਂਸਲ ਦੇ ਨਾਂ ਤੇ ਆਏ, ਤੇ ਸਿੱਖ ਕੌਂਸਲ ਨੂੰ ਵੀ ਆਪਾਂ ਇਹ ਦੇਣਾ ਹੈ ਸੁਨੇਹਾ ਕਿ ਤੁਸੀਂ ਵੀ ਵੈਗਰੂ ਜੀ ਆਪਣੇ ਕੋਲ 2 ਮਿੰਟ ਨੇ ਜੀ। ਜੀ ਆਪਾਂ ਕੋਈ ਨਹੀਂ ਡਾਕਟਰ ਸਾਹਿਬ ਨੂੰ, ਆਪਾਂ ਡਾਕਟਰ ਸਾਹਿਬ ਫਿਰ ਤੁਹਾਨੂੰ ਆਪਾਂ ਰਾਤ ਨੂੰ 9 ਤੋਂ 10 ਵਜੇ ਤੱਕ ਫਿਰ ਤੁਹਾਡੀਆਂ ਸੇਵਾਵਾਂ ਲਵਾਂਗੇ। ਠੀਕ ਹੈ ਜੀ। ਫਿਰ ਤੁਹਾਨੂੰ ਆਪਾਂ ਨੈਕਸਟ ਵੀਕ ਹੋ ਸਕਿਆ ਤੇ ਕੱਲ ਵੀ ਅਗਰ ਸਾਨੂੰ ਪ੍ਰੋਗਰਾਮ ਮਿਲਿਆ ਤੇ ਫਿਰ ਤੁਹਾਡੇ ਕੋਲ ਆਪਾਂ ਲਵਾਂਗੇ ਵੀ ਤੁਸੀਂ ਸਾਨੂੰ ਏਕਤਾ ਕਿਵੇਂ ਹੋ ਸਕਦੀ ਹੈ, ਉਹਦਾ ਤੁਹਾਡੇ ਕੋਲ ਆਪਾਂ ਕੱਲ ਮੈਸੇਜ ਲਵਾਂਗੇ ਜੇ ਸਾਨੂੰ ਟਾਈਮ ਮਿਲਿਆ, ਨਹੀਂ ਤੇ 9 ਤੋਂ 10 ਫਿਰ ਅਸੀਂ ਤੁਹਾਡੇ ਗੁਰਬਾਣੀ ਵਿਚਾਰ ਤੁਹਾਡੇ ਨਾਲ ਕਰਾਂਗੇ। ਤੁਹਾਨੂੰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਸਾਡੇ ਕੋਲ ਸ਼ਬਦ ਨਹੀਂ ਕਿ ਤੁਸੀਂ ਆਏ ਔਰ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜਦੇ ਹੋ, ਸਾਨੂੰ ਮਾਣ ਦਿੰਦੇ ਹੋ। ਮੈਂ ਆਪ ਜੀ ਦਾ ਵੀ ਬਹੁਤ ਧੰਨਵਾਦੀ ਹਾਂ, ਤੁਸੀਂ ਇੰਨੇ ਗਿਆਨ ਦੀ ਗੱਲ ਕਰਦੇ ਹੋ। ਮੇਰਾ ਵੀ ਗਿਆਨ ਵੱਧਦਾ ਇਹਦੇ ਨਾਲ, ਮੈਨੂੰ ਵੀ ਬੜੀ ਮਿਲ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬਹੁਤ ਬਹੁਤ ਹਰਜਿੰਦਰ ਸਿੰਘ ਜੀ ਡਾਕਟਰ ਸਾਹਿਬ ਦਾ ਧੰਨਵਾਦ, ਤੇ ਸਾਡੀ ਟੀਮ ਵੱਲੋਂ ਵੀ ਤੁਹਾਡੇ ਵੱਲੋਂ ਤੁਸੀਂ ਇਸ ਪ੍ਰੋਗਰਾਮ 'ਚ 에ਅਰ ਤੇ ਜਾਂਦੇ ਹੋ ਔਰ ਰਿਸਕ ਪਾ ਕੇ 에ਅਰ ਤੇ ਜਾ ਕੇ ਸਾਡੇ ਸਰੋਤਿਆਂ ਨੂੰ ਸਾਨੂੰ ਜੋੜਦੇ ਹੋ। ਤੇ ਹਰਜਿੰਦਰ ਸਿੰਘ ਤੁਹਾਡਾ ਧੰਨਵਾਦ, ਔਰ ਜਿਹੜੇ ਸਾਡੇ ਸਾਰਿਆਂ ਦੇ ਜਿਹੜੇ ਸਾਡੇ ਕਮਿਊਨਿਟੀ ਦੇ ਅੱਛੇ ਕੰਮ ਕਰ ਰਹੇ ਨੇ ਲੋਕ, ਉਹਨਾਂ ਸਾਰਿਆਂ ਦਾ ਧੰਨਵਾਦ। ਤੇ ਮਿਲ ਕੇ ਕਵਾਂਗੇ ਵੀ ਆਪਾਂ ਕਮਿਊਨਿਟੀ ਮਿਲ ਕੇ ਚੱਲੀਏ, ਛੋਟੀਆਂ ਛੋਟੀਆਂ ਗੱਲਾਂ ਦੇ ਵਖਰੇਵੇਂ ਵਿੱਚ ਜਿਹੜਾ ਹੈ ਉਹ ਆਪਣੀਆਂ ਚੌਧਰਾਂ ਦੇ ਪਿੱਛੇ ਆਪਾਂ ਨਾ ਪਈਏ। ਤੇ ਇਹ ਬੇਨਤੀ ਜਿਹੜੀ ਹੈ ਆਪਾਂ ਡਾਕਟਰ ਸਾਹਿਬ ਵੱਲੋਂ ਵੀ ਤੇ ਆਪਣੇ ਸਾਰੀ ਟੀਮ ਵੱਲੋਂ, ਸਾਰੀ ਆਪਣੇ ਇੱਕ ਫੈਮਿਲੀ ਜਿਹੜੀ ਸਾਡੀ ਹੈ ਸੈਂਟਰਲ ਵੈਲੀ, ਆਪਾਂ ਬੇਨਤੀ ਕਰਾਂਗੇ ਹਰਜਿੰਦਰ ਸਿੰਘ ਜੀ। ਤੇ ਹੁਣ ਆਪਾਂ ਫਤਿਹ ਬੁਲਾਉਂਦੇ ਹਾਂ, ਸ਼ਾਇਦ ਟਾਈਮ ਹੋ ਚੱਲਿਆ। ਤੇ ਤੁਸੀਂ ਕੁਝ ਮੈਸੇਜ ਦੇਣਾ ਚਾਹੋਗੇ ਤੇ ਆਪਾਂ 9 ਤੋਂ 10 ਫਿਰ ਜਿਹੜਾ ਨਾ ਡਾਕਟਰ ਸਾਹਿਬ ਨਾਲ ਫਿਰ ਆਪਾਂ ਦੋਨੇ ਹੀ ਜੁੜਾਂਗੇ ਫਿਰ ਨਾਲ। ਉਦੋਂ ਟੈਲੀਫੋਨ ਕਿਹੜੇ ਤੇ ਕਾਲ ਕਰਨ ਦੀ ਜ਼ਰੂਰਤ ਹੈ ਜੇ ਕੋਈ ਕਾਲ ਕਰਨੀ ਹੋਵੇ? ਤੇ ਜੇ ਵੈਸੇ ਤਾਂ ਤੁਸੀਂ ਉਦੋਂ ਵੀ ਬੋਲਦੇ ਹੋਗੇ, ਹੁਣ ਵੀ ਦੱਸ ਦਿਓ ਜੀ। ਤੁਸੀਂ ਉਹਦੇ ਤੇ ਤੁਸੀਂ ਆਪਣੇ ਵਾਲਾ ਨੰਬਰ ਦਿਓ ਹਰਜਿੰਦਰ ਜੀ, ਤੁਹਾਡੇ ਨੰਬਰ ਤੇ ਕਾਲ। ਹੁਣ ਟਾਈਮ ਹੋ ਗਿਆ ਜੀ। AM 900 Punjabi Radio of the Central San Joaquin Valley welcomes a brand new program beginning this Sunday at 2 p.m. Business Talk with Raj will join our great lineup of programming for the Indian community of the Central Valley and beyond. Raj Sodhi will share information about the current SBA programs to help business owners survive the COVID-19 virus shutdown of businesses and stay-at-home order. If you're a business owner and have been affected, you do not want to miss out on this chance to apply for an SBA program. And Raj will give you all the information and take your calls that you may have about how your business can get help. Raj has been a resident of Fresno for 31 years and worked in the business lending industry for over 35 years and is a senior vice president with Xander Group. Don't miss Business Talk with Raj beginning this Sunday at 2 p.m. on AM 900 Punjabi Radio for the Central Valley. ਲੈਨਾਰ ਹੋਮਸ ਆਪ ਜੀ ਨੂੰ ਇਨਵਾਈਟ ਕਰਦੇ ਹਨ ਕਿ ਤੁਸੀਂ ਆਪਣਾ ਫਿਊਚਰ ਲੈਨਾਰ ਦੇ ਸੋਹਣੇ ਘਰਾਂ ਵਿੱਚ ਬਣਾਓ। ਲੈਨਾਰ ਦੇ ਘਰ ਸੈਂਟਰਲ ਵੈਲੀ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬਣ ਰਹੇ ਹਨ, ਜਿਵੇਂ ਕਿ ਵੈਸਟ ਆਫ 99 ਫ੍ਰੈਸਨੋ ਪੋਕ ਅਤੇ ਓਲਿਵ ਐਵਨਿਊ ਵਿਖੇ। ਲੈਨਾਰ ਦੀਆਂ 2 ਨਵੀਆਂ ਕਮਿਊਨਿਟੀਜ਼ 2020 ਵਿੱਚ ਖੁੱਲਣ ਜਾ ਰਹੀਆਂ ਹਨ, ਐਨਾਟੋਲ ਕਮਿਊਨਿਟੀ ਸ਼ਾਅ ਅਤੇ ਗ੍ਰੈਂਡਲੈਂਡ ਐਵਨਿਊ ਫ੍ਰੈਸਨੋ ਵਿਖੇ, ਅਤੇ ਹੈਰੀਟੇਜ ਗਰੋਵ ਇਨ ਕਲੋਵਸ, ਸ਼ੈਫਰਡ ਅਤੇ ਸਨੀਸਾਈਡ ਐਵਨਿਊ ਵਿਖੇ। ਲੈਨਾਰ ਦੇ ਘਰਾਂ ਵਿੱਚ ਆਪ ਜੀ ਨੂੰ ਐਵਰੀਥਿੰਗ ਇਨਕਲੂਡਡ ਮਿਲਦਾ ਹੈ, ਜਿਵੇਂ ਕਿ ਟੈਂਕਲੈਸ ਵਾਟਰ ਹੀਟਰ, ਗ੍ਰੈਨਾਈਟ ਜਾਂ ਕੋਰਟਸ ਕਾਊਂਟਰ ਟਾਪਸ, ਹੋਮ ਆਟੋਮੇਸ਼ਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ। ਸਾਡੇ ਵੈਲਕਮ ਹੋਮ ਸੈਂਟਰ 7 ਦਿਨ ਖੁੱਲੇ ਰਹਿੰਦੇ ਹਨ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਸਾਡੀਆਂ ਲੈਨਾਰ ਦੀਆਂ ਕਮਿਊਨਿਟੀਜ਼ ਦੀ ਜਾਣਕਾਰੀ ਲਈ lennar.com ਵਿਜ਼ਿਟ ਕਰੋ ਜਾਂ ਸਾਡੇ ਲਾਇਸੈਂਸ ਰੀਅਲ ਏਸਟੇਟ ਏਜੰਟਸ ਨਾਲ ਗੱਲ ਕਰੋ। ਹੋਰ ਜਾਣਕਾਰੀ ਲਈ 559-554-1147 ਤੇ ਕਾਲ ਕਰੋ। ਲੈਨਾਰ ਦੇ ਘਰ ਜਲਦੀ ਵਿਕ ਰਹੇ ਹਨ। ਆਪ ਜੀ ਆਪਣੇ ਸੁਪਨਿਆਂ ਦਾ ਘਰ ਖਰੀਦਣ ਲਈ ਸਾਨੂੰ ਕਾਲ ਕਰੋ ਅਤੇ ਜਾਣਕਾਰੀ ਪ੍ਰਾਪਤ ਕਰੋ। ਮਰਦਮਸ਼ੁਮਾਰੀ ਚੱਲ ਰਹੀ ਹੈ ਤੇ ਤੁਸੀਂ ਅਪ੍ਰੈਲ 1 ਮਰਦਮਸ਼ੁਮਾਰੀ ਦਿਨ ਬਾਰੇ ਸੁਣਿਆ ਹੋਵੇਗਾ। ਇਹ ਅੰਤਮ ਤਰੀਕ ਨਹੀਂ ਹੈ, ਤੁਸੀਂ ਅਗਲੇ ਕਈ ਮਹੀਨਿਆਂ ਤੱਕ ਇਸ ਵਿੱਚ ਹਿੱਸਾ ਲੈ ਸਕਦੇ ਹੋ। ਮਰਦਮਸ਼ੁਮਾਰੀ 9 ਸਧਾਰਨ ਸਵਾਲਾਂ ਦਾ ਗੁਪਤ ਸਰਵੇ ਹੈ ਤੇ ਪ੍ਰਾਪਤ ਅੰਕੜੇ ਸਾਡੀਆਂ ਕਮਿਊਨਿਟੀਆਂ ਲਈ ਅਗਲੇ 10 ਸਾਲਾਂ ਲਈ ਅਤ ਮਹੱਤਵਪੂਰਨ ਹੋਣਗੇ। ਯਾਦ ਰਹੇ ਕਿ ਤੁਹਾਡੇ ਘਰ ਦਾ ਹਰ ਜੀਅ ਗਿਣਿਆ ਜਾਵੇ। ਹੋਰ ਜਾਣਕਾਰੀ ਲਈ ਦੇਖੋ californiacensus.org ਜਾਂ ਕਾਲ ਕਰੋ 844-330-BB। As COVID-19 continues, it's important for us to remember some simple guidelines when keeping families, neighbors, community, and ourselves safe. If you're experiencing a fever, chills, and a cough, contact your medical provider by telephone
if possible, and seek specific instructions about how to obtain care. And whatever you do, make sure to isolate yourself from others so you don't spread the illness. If you're sick, stay home. The only way we are going to combat COVID-19 is to ensure we don't spread it. Practice simple but important hygiene. Wash your hands with soap for 20 seconds. Avoid touching your face with your hands. And remember to always cough or sneeze into your elbow. Remember, whenever possible, stay home with your family. Avoid public gatherings and social events during this time. Practice social distancing when you must go out. Social distancing means keeping a good distance between you and others, ideally about 6 feet, for the sake of everyone's health. We all have a role to play and to keep ourselves and those we love safe. Let's all do our part to slow down the spread of coronavirus. For more information, you can visit fcdph.org/COVID-19. ਸੁਣੋ ਜੀ, ਮੈਂ ਸੋਚਦੀ ਆ ਘਰ ਵੇਚ ਕੇ ਬੱਚਿਆਂ ਦੇ ਸਕੂਲ ਦੇ ਨੇੜੇ ਨਾ ਘਰ ਲੈ ਲਈਏ। ਲੈ ਪਹਿਲਾਂ ਇਹ ਲਿਸਟ ਕਰਾਂਗੇ, ਇਹਨੂੰ ਵੇਚਾਂਗੇ, ਫਿਰ ਨਵਾਂ ਘਰ ਲੱਭਾਂਗੇ। ਉੱਤੋਂ ਮੌਗੇਜ ਦਾ ਚੱਕਰ। ਮੈਥੋਂ ਨਹੀਂ ਵੱਜਣੇ ਇੰਨੀਆਂ ਥਾਵਾਂ ਤੇ ਗੇੜੇ। ਲੈ ਇੰਨੀਆਂ ਥਾਵਾਂ ਕਿੱਥੇ? ਜ਼ੈਂਡਰ ਰੀਅਲ ਸਟੇਟ